ਮੇਰਾ ਨਾਮ ਤਨਮਿਆ ਹੈ। ਮੈਂ ਇੱਕ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ। ਮੇਰੇ ਪਰਿਵਾਰ ਵਿੱਚ ਮੇਰੇ ਤੋਂ ਇਲਾਵਾ ਇੱਕ ਭੈਣ, ਇੱਕ ਭਰਾ ਅਤੇ ਮਾਤਾ ਪਿਤਾ ਹਨ। ਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਵੱਡਾ ਪੁੱਤਰ ਸੀ। ਮੇਰੇ ਪਿਤਾ ਜੀ ਬਹੁਤ ਮਿਹਨਤੀ ਵਿਅਕਤੀ ਸਨ। ਮੇਰੇ ਪਿਤਾ ਜੀ ਹਰ ਸਮੇਂ ਬਿਮਾਰ ਰਹਿਣ ਲੱਗ ਪਏ ਸਨ, ਇਸ ਲਈ ਉਹ ਹੁਣ ਜ਼ਿਆਦਾ ਕੰਮ ਕਰਨ ਦੇ ਯੋਗ ਨਹੀਂ ਸਨ। ਪਰ ਉਹ ਇੱਕ ਵੱਡੀ ਫੈਕਟਰੀ ਵਿੱਚ ਬਤੌਰ ਮੈਨੇਜਰ ਕੰਮ ਕਰਦੇ ਸਨ। ਕੰਮ ਜ਼ਿਆਦਾ ਹੋਣ ਕਾਰਨ ਉਹਨਾਂ ਦੀ ਤਨਖਾਹ ਵੀ ਵੱਧ ਗਈ ਸੀ। ਉਹ ਕਈ ਸਾਲਾਂ ਤੋਂ ਉਸ ਫੈਕਟਰੀ ਵਿੱਚ ਕੰਮ ਕਰਦੇ ਸਨ। ਮੈਂ ਸਭ ਤੋਂ ਵੱਡਾ ਪੁੱਤਰ ਸੀ, ਇਸ ਲਈ ਮੈਨੂੰ ਮੇਰੇ ਘਰ ਵਾਲੇ ਸਭ ਤੋਂ ਵੱਧ ਪਿਆਰ ਕਰਦੇ ਸਨ। ਮੈਂ ਆਪਣੇ ਪਿਤਾ ਜੀ ਨੂੰ ਸਹਾਰਾ ਲਾਉਣਾ ਚਾਹੁੰਦਾ ਸੀ, ਇਸ ਲਈ ਮੈਨੂੰ ਨੌਕਰੀ ਦੀ ਲੋੜ ਸੀ। ਮੈਂ MA ਪਾਸ ਕੀਤੀ ਸੀ, ਇਸ ਲਈ ਮੈਨੂੰ ਸਰਕਾਰੀ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਆਸਾਨੀ ਨਾਲ ਮਿਲ ਗਈ। ਮੈਂ ਇਹ ਨੌਕਰੀ ਨਹੀਂ ਕਰਨਾ ਚਾਹੁੰਦਾ ਸੀ, ਪਰ ਮੈਂ ਕਦੋਂ ਤੱਕ ਆਪਣੇ ਪਿਤਾ ਦੀ ਕਮਾਈ ਨਾਲ ਆਪਣੇ ਖਰਚੇ ਪੂਰੇ ਕਰ ਸਕਾਂਗਾ। ਹੁਣ ਮੈਂ ਜਵਾਨ ਸੀ, ਇਸ ਲਈ ਨੌਕਰੀ ਲੱਭ ਰਿਹਾ ਸੀ। ਮੈਨੂੰ ਇੱਕ ਸਰਕਾਰੀ ਸਕੂਲ ਵਿੱਚ ਨੌਕਰੀ ਮਿਲ ਗਈ। ਉੱਥੇ ਮੇਰੀ ਤਨਖਾਹ ਵੀ ਬਹੁਤ ਵਧੀਆ ਸੀ। ਪਿਤਾ ਜੀ ਦਾ ਕੰਮ ਵੀ ਠੀਕ ਠਾਕ ਚੱਲ ਰਿਹਾ ਸੀ ਅਤੇ ਮੈਨੂੰ ਵੀ ਚੰਗੀ ਤਨਖਾਹ ਮਿਲਣ ਲੱਗੀ। ਇਸ ਕਾਰਨ ਸਾਡੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਅਤੇ ਸਾਡਾ ਜੀਵਨ ਵਧੀਆ ਅਤੇ ਖੁਸ਼ੀ ਨਾਲ ਚੱਲ ਰਿਹਾ ਸੀ। ਮੇਰੇ ਪਿਤਾ ਜੀ ਮੇਰੀ ਨੌਕਰੀ ਤੋਂ ਬਹੁਤ ਖੁਸ਼ ਸਨ। ਆਖਰਕਾਰ ਉਹਨਾਂ ਦੇ ਮੋਢਿਆਂ ਤੋਂ ਕੁਝ ਬੋਝ ਘਟ ਗਿਆ ਸੀ। ਮੈਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਵੀ ਪੜ੍ਹਾਉਣਾ ਸੀ। ਮੇਰੀ ਇੱਛਾ ਸੀ ਕਿ ਮੈਂ ਆਪਣੀ ਭੈਣ ਦਾ ਵਿਆਹ ਬੜੀ ਧੂਮਧਾਮ ਨਾਲ ਕਰਾਂ, ਕਿਉਂਕਿ ਉਹ ਸਾਡੀ ਇਕਲੌਤੀ ਭੈਣ ਸੀ। ਮੈਂ ਆਪਣੇ ਮਾਤਾ ਪਿਤਾ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਮੈਂ ਹਮੇਸ਼ਾ ਉਹਨਾਂ ਦੀ ਗੱਲ ਮੰਨਦਾ ਸੀ। ਪਹਿਲਾਂ ਮੈਂ ਸਕੂਲ ਵਿੱਚ ਪੀਰੀਅਡ ਵਾਈਜ਼ ਪੜ੍ਹਾਉਂਦਾ ਸੀ, ਪਰ ਹੁਣ ਮੈਨੂੰ 7ਵੀਂ ਕਲਾਸ ਦਿੱਤੀ ਗਈ ਹੈ ਅਤੇ ਮੈਨੂੰ ਇਸ ਕਲਾਸ ਨੂੰ ਪੜ੍ਹਾਉਣਾ ਪੈਂਦਾ ਹੈ। ਹੁਣ ਮੈਂ 7ਵੀਂ ਜਮਾਤ ਦੇ ਬੱਚਿਆਂ ਨੂੰ ਪੜ੍ਹਾਉਂਦਾ ਸੀ। ਸਕੂਲ ਵਿੱਚ ਨਵੇਂ ਦਾਖਲੇ ਹੋ ਰਹੇ ਸਨ। ਬੱਚਿਆਂ ਲਈ ਇਹ ਨਵੀਂ ਜਮਾਤ ਸੀ ਅਤੇ ਨਵੇਂ ਦਾਖਲ ਹੋਏ ਬੱਚਿਆਂ ਲਈ ਸਭ ਕੁਝ ਨਵਾਂ ਹੀ ਸੀ। ਮੈਨੂੰ ਸਕੂਲ ਵਿੱਚ ਕੰਮ ਕਰਦੇ ਹੋਏ 1 ਸਾਲ ਹੋ ਗਿਆ ਸੀ। ਮੈਨੂੰ 7ਵੀਂ ਜਮਾਤ ਦੀ ਜ਼ਿੰਮੇਵਾਰੀ ਦਿੱਤੀ ਗਈ। 7ਵੀਂ ਜਮਾਤ ਵਿੱਚ 35 ਬੱਚੇ ਪੜ੍ਹਦੇ ਸਨ। ਸਾਡੇ ਸਕੂਲ ਵਿੱਚ ਮੁੰਡੇ ਕੁੜੀਆਂ ਦੋਵੇਂ ਪੜ੍ਹਦੇ ਸਨ। ਸਾਡਾ ਸਕੂਲ ਇੰਟਰਮੀਡੀਏਟ ਤੱਕ ਸੀ। ਮੈਂ ਬੱਚਿਆਂ ਨੂੰ ਬੜੇ ਪਿਆਰ ਨਾਲ ਪੜ੍ਹਾਉਂਦਾ ਸੀ। ਮੈਂ ਬੱਚਿਆਂ ਤੇ ਕਦੇ ਗੁੱਸਾ ਨਹੀਂ ਸੀ ਕੀਤਾ। ਮੈਂ ਹਮੇਸ਼ਾ ਬੱਚਿਆਂ ਨੂੰ ਸਮਝਾ ਕੇ ਪੜ੍ਹਾਉਂਦਾ ਸੀ। ਇਸੇ ਕਰਕੇ ਬੱਚੇ ਮੈਨੂੰ ਆਪਣਾ ਫੇਵਰੇਟ ਅਧਿਆਪਕ ਸਮਝਣ ਲੱਗ ਪਏ। ਇੱਕ ਦਿਨ ਜਦੋਂ ਮੈਂ ਕਲਾਸ ਵਿੱਚ ਬੱਚਿਆਂ ਦੀਆਂ ਕਾਪੀਆਂ ਚੈੱਕ ਕਰ ਰਿਹਾ ਸੀ ਤਾਂ ਇੱਕ ਕੁੜੀ ਮੇਰੇ ਕੋਲ ਆਈ। ਉਹ 14 ਸਾਲ ਦੀ ਸੀ ਅਤੇ 7ਵੀਂ ਜਮਾਤ ਦੀ ਵਿਦਿਆਰਥਣ ਸੀ। ਉਹ ਮੇਰੇ ਕੋਲ ਆ ਕੇ ਖੜੀ ਹੋਈ ਤੇ ਕਹਿਣ ਲੱਗੀ, ਸਰ, ਮੈਂ ਤੁਹਾਡੇ ਨਾਲ ਹੀ ਵਿਆਹ ਕਰਾਂਗੀ। ਮੈਂ ਆਪਣੇ ਸਾਹਮਣੇ ਰੱਖੀਆਂ ਕਾਪੀਆਂ ਨੂੰ ਧਿਆਨ ਨਾਲ ਦੇਖ ਰਿਹਾ ਸੀ ਅਤੇ ਕਾਪੀਆਂ ਦੀ ਜਾਂਚ ਕਰਨ ਵਿੱਚ ਬਹੁਤ ਰੁੱਝਿਆ ਹੋਇਆ ਸੀ। ਇਸੇ ਲਈ ਅਚਾਨਕ ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੈਂ ਹੈਰਾਨ ਹੋ ਕੇ ਉਸ ਵੱਲ ਦੇਖਿਆ ਕਿ ਸ਼ਾਇਦ ਮੈਂ ਕੁਝ ਗਲਤ ਸੁਣਿਆ ਹੈ। ਫਿਰ ਜਦੋਂ ਮੈਂ ਉਸ ਨੂੰ ਦੁਬਾਰਾ ਪੁੱਛਿਆ ਤਾਂ ਉਸਨੇ ਕਿਹਾ, ਸਰ, ਮੈਂ ਤੁਹਾਡੇ ਨਾਲ ਹੀ ਵਿਆਹ ਕਰਾਂਗੀ ਅਤੇ ਤੁਸੀਂ ਮੇਰਾ ਲਾੜਾ ਬਣੋਗੇ। ਉਸ ਨੇ ਫਿਰ ਕਿਹਾ ਤੇ ਮੈਂ ਕੁਝ ਦੇਰ ਉਸ ਵੱਲ ਦੇਖਦਾ ਰਿਹਾ। ਉਹ ਆਪਣੀ ਗੱਲ ਬੜੇ ਜ਼ੋਰਦਾਰ ਢੰਗ ਨਾਲ ਕਹਿ ਰਹੀ ਸੀ, ਜਿਵੇਂ ਉਸ ਦੀਆਂ ਗੱਲਾਂ ਸੱਚ ਹੋ ਜਾਣ, ਅਤੇ ਮੈਂ ਉਸ ਦੇ ਇੰਨੀ ਇਮਾਨਦਾਰੀ ਨਾਲ ਇਹ ਗੱਲ ਕਹਿਣ ਤੋਂ ਹੈਰਾਨ ਸੀ। ਮੈਂ ਉਸ ਨੂੰ ਕਿਹਾ, ਤੁਸੀਂ ਇਹ ਸਭ ਕੀ ਕਹਿ ਰਹੇ ਹੋ? ਉਸ ਦਾ ਨਾਮ ਨੈਰਾ ਸੀ। ਉਹ ਬਹੁਤ ਹੀ ਭੋਲੀ ਭਾਲੀ ਕੁੜੀ ਸੀ। ਉਸ ਨੇ ਫਿਰ ਕਿਹਾ, ਸਰ, ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਮੈਂ ਤੁਹਾਡੀ ਲਾੜੀ ਹੋਵਾਂਗੀ ਅਤੇ ਤੁਸੀਂ ਮੇਰਾ ਲਾੜਾ ਹੋਵੋਗੇ। ਉਹ ਫਿਰ ਬੋਲੀ ਅਤੇ ਮੈਂ ਹੱਸ ਪਿਆ। ਮੈਂ ਉਸ ਦੀ ਗੱਲ ਨੂੰ ਮਜ਼ਾਕ ਵਜੋਂ ਨਜ਼ਰ ਅੰਦਾਜ਼ ਕਰ ਦਿੱਤਾ ਅਤੇ ਮੈਂ ਉਸ ਨੂੰ ਝਿੜਕਿਆ ਵੀ ਨਹੀਂ, ਪਰ ਉਸ ਦੀ ਗੱਲ ਨੂੰ ਨਜ਼ਰ ਅੰਦਾਜ਼ ਕਰਕੇ ਉਸ ਨੂੰ ਵਾਪਸ ਉਸ ਦੇ ਸਥਾਨ ਤੇ ਭੇਜ ਦਿੱਤਾ ਅਤੇ ਉਸ ਤੋਂ ਬਾਅਦ ਮੈਂ ਆਪਣੇ ਕੰਮ ਵਿੱਚ ਰੁੱਝ ਗਿਆ, ਇਹ ਸਮਝਦੇ ਹੋਏ ਕਿ ਉਹ ਇੱਕ ਬੱਚੀ ਸੀ। ਮੈਂ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਉਸ ਤੋਂ ਬਾਅਦ ਜਦੋਂ ਵੀ ਮੈਂ ਉਸ ਨੂੰ ਦੇਖਦਾ, ਉਸ ਦੀਆਂ ਕਈਆਂ ਗੱਲਾਂ ਮੇਰੇ ਮਨ ਵਿੱਚ ਆਉਂਦੀਆਂ ਸਨ, ਪਰ ਮੈਂ ਸਿਰਫ ਮੁਸਕਰਾਉਂਦਾ ਰਹਿੰਦਾ ਸੀ। ਉਹ ਇੱਕ ਬੱਚੀ ਸੀ। ਉਹ ਬਹੁਤ ਹੀ ਹੁਸ਼ਿਆਰ ਅਤੇ ਸੁੰਦਰ ਸੀ ਅਤੇ ਕਲਾਸ ਵਿੱਚ ਸਭ ਤੋਂ ਹੁਸ਼ਿਆਰ ਕੁੜੀ ਸੀ। ਇਹੀ ਕਾਰਨ ਸੀ ਕਿ ਉਹ ਹੋਰ ਅਧਿਆਪਕ ਵਾਂਗ ਮੇਰੀਆਂ ਨਜ਼ਰਾਂ ਵਿੱਚ ਸੀ। ਮੇਰੀ ਸਿੱਖਿਆ ਦਾ ਇੱਕ ਸਿਧਾਂਤ ਇਹ ਸੀ ਕਿ ਮੈਂ ਸਾਰੇ ਬੱਚਿਆਂ ਨੂੰ ਇੱਕੋ ਨਜ਼ਰੀਏ ਤੋਂ ਦੇਖਦਾ ਸੀ ਅਤੇ ਮੈਂ ਸਾਰਿਆਂ ਨਾਲ ਇੱਕੋ ਜਿਹਾ ਵਿਹਾਰ ਕਰਦਾ ਸੀ। ਮੈਂ ਕਿਸੇ ਵੀ ਬੱਚੇ ਨੂੰ ਅਕਲ ਦੇ ਆਧਾਰ ਤੇ ਦੂਜੇ ਬੱਚਿਆਂ ਨਾਲ ਤੁਲਨਾ ਨਹੀਂ ਕਰਦਾ, ਕਿਉਂਕਿ ਮੈਂ ਖੁਦ ਅਜੇ ਸਮੇਂ ਵਿੱਚੋਂ ਲੰਘਿਆ ਹਾਂ ਅਤੇ ਮੈਨੂੰ ਪਤਾ ਹੈ ਕਿ ਜਦੋਂ ਅਧਿਆਪਕ ਪੱਖਪਾਤ ਕਰਦੇ ਹਨ ਤਾਂ ਬਹੁਤ ਬੁਰਾ ਲੱਗਦਾ ਹੈ। ਇਸੇ ਲਈ ਮੈਂ ਹਮੇਸ਼ਾ ਪੱਖਪਾਤ ਵੱਲ ਧਿਆਨ ਨਾ ਦੇਣ ਦੀ ਕੋਸ਼ਿਸ਼ ਕਰਦਾ ਸੀ। ਮੈਂ ਬੱਚੀ ਦੀ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸੀ ਕਿ ਉਹ ਬੱਚੀ ਹੈ ਅਤੇ ਉਸ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈਣ ਦੀ ਕੋਈ ਲੋੜ ਨਹੀਂ ਸੀ, ਪਰ ਮੈਨੂੰ ਉਸ ਦੀ ਇਹ ਗੱਲ ਜ਼ਰੂਰ ਪਸੰਦ ਆਈ। ਮੈਂ ਛੁੱਟੀ ਦੇ ਸਮੇਂ ਸਕੂਲ ਛੱਡ ਦਿੱਤਾ ਤਾਂ ਜੋ ਮੈਂ ਜਲਦੀ ਘਰ ਪਹੁੰਚ ਸਕਾਂ
ਅਤੇ ਆਰਾਮ ਕਰ ਸਕਾਂ। ਕੁਝ ਦੇਰ ਬਾਅਦ ਮੈਂ ਘਰ ਪਹੁੰਚਿਆ, ਫਰੈਸ਼ ਹੋ ਕੇ ਰਾਤ ਦਾ ਖਾਣਾ ਖਾਧਾ ਅਤੇ ਫਿਰ ਮੈਂ ਆਰਾਮ ਨਾਲ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਿਆ। ਮੈਂ ਅਜੇ ਅੱਖਾਂ ਬੰਦ ਹੀ ਕੀਤੀਆਂ ਸਨ ਕਿ ਅਚਾਨਕ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਅਤੇ ਕੋਈ ਅੰਦਰ ਆਇਆ। ਦਰਵਾਜ਼ਾ ਖੁੱਲਣ ਦੀ ਆਵਾਜ਼ ਸੁਣ ਕੇ ਮੈਂ ਅੱਖਾਂ ਖੋਲੀਆਂ ਤੇ ਦੇਖਿਆ ਕਿ ਆਉਣ ਵਾਲਾ ਕੋਈ ਹੋਰ ਨਹੀਂ ਸਗੋਂ ਮੇਰੀ ਮਾਂ ਸੀ। ਮਾਂ ਨੂੰ ਦੇਖ ਕੇ ਮੈਂ ਸਿੱਧਾ ਹੋ ਕੇ ਬੈਠ ਗਿਆ ਤੇ ਉਹ ਆ ਕੇ ਮੇਰੇ ਸਾਹਮਣੇ ਬੈਠ ਗਈ। ਮੈਂ ਮਾਂ ਨੂੰ ਪੁੱਛਿਆ, ਕੀ ਹੋਇਆ ਮਾਂ, ਤੁਸੀਂ ਤਾਂ ਆਰਾਮ ਕਰ ਰਹੇ ਸੀ? ਮੇਰੇ ਸਵਾਲ ਤੇ ਮਾਤਾ ਜੀ ਮੁਸਕਰਾ ਕੇ ਕਹਿਣ ਲੱਗੇ, ਹਾਂ, ਪਰ ਮੈਂ ਤੁਹਾਡੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਸੀ, ਇਸੇ ਲਈ ਮੈਂ ਤੁਹਾਡੇ ਕਮਰੇ ਵਿੱਚ ਆਈ ਹਾਂ। ਮੇਰੀ ਮਾਂ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿ ਮੇਰੀ ਮਾਂ ਨੇ ਮੇਰੇ ਨਾਲ ਅਜੇ ਕਿਹੜੀ ਜ਼ਰੂਰੀ ਗੱਲ ਕਰਨੀ ਸੀ ਕਿ ਉਹ ਆਪਣਾ ਆਰਾਮ ਛੱਡ ਕੇ ਮੇਰੇ ਨਾਲ ਗੱਲ ਕਰਨ ਲਈ ਮੇਰੇ ਕਮਰੇ ਵਿੱਚ ਆ ਗਈ। ਮੈਂ ਮਾਤਾ ਜੀ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਕੀ ਗੱਲ ਕਰਨਾ ਚਾਹੁੰਦੇ ਹੋ? ਮੈਂ ਬਹੁਤ ਹੈਰਾਨ ਹੋਇਆ। ਤਾਂ ਮਾਂ ਫਿਰ ਮੁਸਕਰਾਉਣ ਲੱਗੀ ਅਤੇ ਹੌਲੀ-ਹੌਲੀ ਮੇਰਾ ਹੱਥ ਫੜਦਿਆਂ ਕਿਹਾ, ਹਾਂ, ਮੇਰੀ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਹੈ ਅਤੇ ਮੈਂ ਹੁਣ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਸੀ ਕਿਉਂਕਿ ਤੁਹਾਡੇ ਪਿਤਾ ਜੀ ਤੁਹਾਡਾ ਜਵਾਬ ਚਾਹੁੰਦੇ ਸਨ। ਇਸ ਵਾਰ ਜਦੋਂ ਮਾਂ ਨੇ ਮੈਨੂੰ ਦੱਸਿਆ ਤਾਂ ਮੈਂ ਹੋਰ ਵੀ ਉਲਝਣ ਵਿੱਚ ਪੈ ਗਿਆ ਅਤੇ ਉਲਝਣ ਵਿੱਚ ਆਪਣੀ ਮਾਂ ਵੱਲ ਦੇਖ ਰਿਹਾ ਸੀ। ਮਾਤਾ ਜੀ ਨੇ ਕਿਹਾ ਕਿ ਅਸਲ ਵਿੱਚ ਹੁਣ ਅਸੀਂ ਤੁਹਾਡਾ ਵਿਆਹ ਕਰਨਾ ਚਾਹੁੰਦੇ ਹਾਂ। ਤੁਸੀਂ ਵਿਆਹ ਦੀ ਉਮਰ ਵਿੱਚ ਪਹੁੰਚ ਗਏ ਹੋ, ਇਸ ਲਈ ਮੈਂ ਤੁਹਾਡੇ ਲਈ ਇੱਕ ਲੜਕੀ ਲੱਭੀ ਹੈ। ਮੈਂ ਤੁਹਾਡੀ ਇੱਛਾ ਪੁੱਛਣ ਆਈ ਹਾਂ ਤਾਂ ਜੋ ਅਸੀਂ ਲੜਕੀ ਦੇ ਮਾਪਿਆਂ ਨੂੰ ਜਵਾਬ ਦੇ ਸਕੀਏ। ਕੁੜੀ ਚੰਗੀ ਤੇ ਪੜ੍ਹੀ ਲਿਖੀ ਹੈ, ਚੰਗੇ ਵੱਡੇ ਲੋਕ ਹਨ ਜਿਨ੍ਹਾਂ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਤੇਰੇ ਪਿਤਾ ਜੀ ਨੂੰ ਸਭ ਕੁਝ ਪਸੰਦ ਹੈ ਅਤੇ ਮੈਨੂੰ ਵੀ ਉਹ ਕੁੜੀ ਬਹੁਤ ਪਸੰਦ ਆਈ। ਇਸ ਲਈ ਮੈਂ ਤੁਹਾਡੀ ਇੱਛਾ ਜਾਣਨਾ ਚਾਹੁੰਦੀ ਹਾਂ ਤਾਂ ਜੋ ਅਸੀਂ ਤੁਹਾਨੂੰ ਦਿਖਾਉਣ ਲਈ ਉਹਨਾਂ ਨੂੰ ਆਪਣੇ ਘਰ ਬੁਲਾ ਸਕੀਏ। ਮੈਂ ਮੰਮੀ ਨੂੰ ਕਿਹਾ, ਮੰਮੀ, ਮੈਂ ਹੁਣੇ ਵਿਆਹ ਨਹੀਂ ਕਰਨਾ ਚਾਹੁੰਦਾ। ਮੇਰੀ ਨੌਕਰੀ ਸ਼ੁਰੂ ਹੋਏ ਸਿਰਫ 1 ਸਾਲ ਹੀ ਹੋਇਆ ਹੈ। ਅਜੇ ਮੈਂ ਕਮਾਉਣਾ ਚਾਹੁੰਦਾ ਹਾਂ, ਉਸ ਤੋਂ ਬਾਅਦ ਹੀ ਮੈਂ ਵਿਆਹ ਕਰਾਂਗਾ। ਮਾਂ ਨੇ ਕਿਹਾ, ਬੇਟਾ, ਆਪਣੀ ਮਾਂ ਦਾ ਵੀ ਖਿਆਲ ਰੱਖ। ਤੇਰੀ ਭੈਣ ਛੋਟੀ ਹੈ ਤੇ ਪੜ੍ਹਨ ਜਾਂਦੀ ਹੈ। ਘਰ ਦੇ ਸਾਰੇ ਕੰਮ ਦਾ ਬੋਝ ਮੇਰੇ ਉੱਤੇ ਹੈ। ਹੁਣ ਮੇਰੀਆਂ ਬੁੱਢੀਆਂ ਹੱਡੀਆਂ ਵਿੱਚ ਘਰ ਦਾ ਕੰਮ ਕਰਨ ਲਈ ਇੰਨੀ ਜਾਨ ਨਹੀਂ ਹੈ। ਤੇਰੀ ਭੈਣ ਸਾਰਾ ਦਿਨ ਸਕੂਲ ਅਤੇ ਟਿਊਸ਼ਨ ਵਿੱਚ ਰੁੱਝੀ ਰਹਿੰਦੀ ਹੈ ਅਤੇ ਮੈਂ ਘਰ ਵਿੱਚ ਇਕੱਲੀ ਰਹਿੰਦੀ ਹਾਂ। ਜੇਕਰ ਮੇਰੀ ਨੂੰਹ ਘਰ ਆ ਜਾਵੇਗੀ ਤਾਂ ਮੈਂ ਵੀ ਉਸ ਦੇ ਨਾਲ ਰਹਾਂਗੀ ਅਤੇ ਮੇਰਾ ਦਿਲ ਵੀ ਲੱਗਿਆ ਰਹੇਗਾ। ਮੈਂ ਆਪਣੇ ਜਿਉਂਦੇ ਹੋਏ ਆਪਣੇ ਪੋਤੇ ਪੋਤੀਆਂ ਦੇ ਚਿਹਰੇ ਦੇਖਣਾ ਚਾਹੁੰਦੀ ਹਾਂ। ਮੈਂ ਨਹੀਂ ਚਾਹੁੰਦੀ ਕਿ ਮੈਂ ਆਪਣੇ ਬੇਟੇ ਦਾ ਵਿਆਹ ਨਾ ਦੇਖ ਸਕਾਂ ਅਤੇ ਉਸ ਤੋਂ ਪਹਿਲਾਂ ਇਸ ਦੁਨੀਆ ਨੂੰ ਛੱਡ ਦੇਵਾਂ। ਮੈਂ ਮਾਂ ਨੂੰ ਕਿਹਾ, ਤੁਸੀਂ ਕੀ ਕਹਿ ਰਹੇ ਹੋ? ਮੇਰੀ ਮਾਂ ਦੀ ਗੱਲ ਸੁਣ ਕੇ ਮੈਂ ਹੈਰਾਨੀ ਨਾਲ ਆਪਣੀ ਮਾਂ ਵੱਲ ਦੇਖਿਆ ਅਤੇ ਮੈਨੂੰ ਯਾਦ ਆ ਗਿਆ ਕਿ ਉਸ ਕੁੜੀ ਨੇ ਮੈਨੂੰ ਕਿਹਾ ਸੀ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਾਂਗੀ ਅਤੇ ਮੈਂ ਹੀ ਉਸ ਦਾ ਲਾੜਾ ਬਣਾਂਗਾ। ਅਤੇ ਫਿਰ ਮੈਂ ਉਸ ਦੀ ਗੱਲ ਸੁਣ ਕੇ ਹੱਸ ਪਿਆ ਜਦੋਂ ਕਿ ਹੁਣ ਅਸਲ ਵਿੱਚ ਮੇਰੇ ਵਿਆਹ ਦੀ ਗੱਲ ਸ਼ੁਰੂ ਹੋ ਗਈ ਸੀ। ਮਾਂ ਨੇ ਪੁੱਛਿਆ, ਬੇਟਾ, ਕਿਹੜੀ ਸੋਚ ਵਿੱਚ ਡੁੱਬ ਗਿਆ? ਮੈਨੂੰ ਜਲਦੀ ਜਵਾਬ ਦਿਓ ਤਾਂ ਜੋ ਮੈਂ ਜਲਦੀ ਤੋਂ ਜਲਦੀ ਕੁੜੀ ਵਾਲਿਆਂ ਨੂੰ ਜਵਾਬ ਦੇ ਸਕਾਂ। ਮਾਂ ਦੇ ਸਵਾਲ ਤੇ ਮੈਂ ਹੈਰਾਨ ਰਹਿ ਗਿਆ ਅਤੇ ਹੋਸ਼ 'ਚ ਆ ਗਿਆ ਅਤੇ ਕਹਿਣ ਲੱਗਾ ਕਿ ਨਹੀਂ, ਕੁਝ ਨਹੀਂ, ਮੈਂ ਕੁਝ ਹੋਰ ਹੀ ਸੋਚ ਰਿਹਾ ਸੀ। ਜੋ ਵੀ ਤੁਹਾਨੂੰ ਸਹੀ ਲੱਗੇ ਉਹ ਕਰੋ। ਮੈਂ ਆਪਣੇ ਮਾਤਾ ਪਿਤਾ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਆਪਣੇ ਫੈਸਲੇ ਤੋਂ ਬਹੁਤ ਖੁਸ਼ ਸੀ। ਮੈਂ ਕਿਹਾ ਸੀ ਕਿ ਤੁਸੀਂ ਮੇਰੇ ਲਈ ਜੋ ਵੀ ਫੈਸਲਾ ਲਓਗੇ ਮੈਂ ਉਸ ਨੂੰ ਮੰਨਾਂਗਾ। ਮੈਨੂੰ ਪਤਾ ਸੀ ਕਿ ਮੇਰੇ ਮਾਪੇ ਕਦੇ ਵੀ ਮੇਰੇ ਲਈ ਗਲਤ ਫੈਸਲਾ ਨਹੀਂ ਲੈਣਗੇ, ਇਸ ਲਈ ਮੈਂ ਆਪਣੇ ਮਾਤਾ ਪਿਤਾ ਦੇ ਹਰ ਫੈਸਲੇ ਦਾ ਸਨਮਾਨ ਕਰਦਾ ਸੀ। ਮੇਰੀ ਮਾਂ ਮੇਰਾ ਫੈਸਲਾ ਸੁਣ ਕੇ ਬਹੁਤ ਖੁਸ਼ ਹੋਈ ਅਤੇ ਮੈਨੂੰ ਢੇਰ ਸਾਰੀਆਂ ਅਸ਼ੀਸ਼ਾਂ ਦਿੱਤੀਆਂ ਅਤੇ ਆਪਣੇ ਕਮਰੇ ਵਿੱਚ ਜਾਣ ਲੱਗੀ ਤੇ ਮੈਨੂੰ ਆਰਾਮ ਨਾਲ ਸੌਣ ਲਈ ਕਿਹਾ। ਮੈਂ ਸਵੇਰੇ ਜਲਦੀ ਉੱਠ ਕੇ ਸਕੂਲ ਵੀ ਜਾਣਾ ਹੈ। ਮਾਂ ਦੀ ਕਹੀ ਗੱਲ ਬਾਰੇ ਸੋਚ ਕੇ ਮੈਂ ਸੌਣ ਦੀ ਕੋਸ਼ਿਸ਼ ਕਰਨ ਲੱਗਾ। ਮੈਂ ਆਪਣੇ ਮਾਤਾ ਪਿਤਾ ਦਾ ਸਭ ਤੋਂ ਵੱਡਾ ਪੁੱਤਰ ਸੀ, ਇਸ ਲਈ ਮੈਂ ਸਭ ਨੂੰ ਪਿਆਰਾ ਸੀ। ਘਰ ਦੇ ਸਾਰੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਸਨ। ਮੇਰੇ ਦੋਵੇਂ ਛੋਟੇ ਭੈਣ ਭਰਾ ਵੀ ਮੇਰੀ ਬਹੁਤ ਇੱਜ਼ਤ ਕਰਦੇ ਸਨ। ਮੈਂ ਆਪਣੇ ਦੋਵੇਂ ਭੈਣ ਭਰਾਵਾਂ ਨੂੰ ਉਸ ਸਕੂਲ ਵਿੱਚ ਦਾਖਲਾ ਕਰਵਾਇਆ ਜਿਸ ਵਿੱਚ ਮੈਂ ਕੰਮ ਕਰਦਾ ਸੀ। ਸ਼ੁਰੂ ਵਿੱਚ ਮੈਂ ਆਪਣੇ ਸ਼ੌਂਕ ਵਜੋਂ ਪੜ੍ਹਾਉਣਾ ਸ਼ੁਰੂ ਕੀਤਾ। ਹਾਲਾਂਕਿ ਮੈਂ ਕੁਝ ਹੋਰ ਕੰਮ ਕਰਨਾ ਚਾਹੁੰਦਾ ਸੀ ਪਰ ਹੁਣ ਲਈ ਇਹ ਕਾਫੀ ਸੀ। ਮੈਂ ਸੋਚਿਆ ਕਿ ਕਿਸੇ ਦਿਨ ਮੈਨੂੰ ਚੰਗੀ ਨੌਕਰੀ ਮਿਲ ਜਾਵੇਗੀ, ਮੈਂ ਪੜ੍ਹਾਉਣਾ ਛੱਡ ਕੇ ਉਸ ਕੰਮ ਵਿੱਚ ਜੁਟ ਜਾਵਾਂਗਾ। ਪਰ ਫਿਰ ਵੀ ਸਾਡੇ ਘਰ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਸੀ। ਮੇਰੇ ਪਿਤਾ ਦੀ ਅਤੇ ਮੇਰੀ ਕਮਾਈ ਨਾਲ ਘਰ ਵਧੀਆ ਚੱਲ ਰਿਹਾ ਸੀ। ਮੈਨੂੰ ਸਕੂਲ ਵਿੱਚ ਕੰਮ ਸ਼ੁਰੂ ਕੀਤੇ 1 ਸਾਲ ਹੋ ਗਿਆ ਸੀ। ਮੇਰੇ ਪਿਤਾ ਜੀ ਮੇਰੀ ਨੌਕਰੀ ਤੋਂ ਬਹੁਤ ਖੁਸ਼ ਸਨ ਕਿਉਂਕਿ ਮੈਂ ਇਹ ਆਪਣੀ ਯੋਗਤਾ ਤੇ ਪ੍ਰਾਪਤ ਕੀਤੀ ਸੀ। ਮੈਂ ਬਹੁਤ ਹੁਸ਼ਿਆਰ ਸੀ, ਇਸੇ ਕਰਕੇ ਸਕੂਲ ਵਾਲਿਆਂ ਨੇ ਜਲਦੀ ਹੀ ਮੇਰੀ ਤਨਖਾਹ ਵਧਾ ਦਿੱਤੀ। ਮੈਂ ਬੱਚਿਆਂ
ਬੱਚਿਆਂ ਨੂੰ ਬੜੇ ਪਿਆਰ ਨਾਲ ਪੜ੍ਹਾਉਂਦਾ ਸੀ। ਮੈਂ ਕਦੇ ਵੀ ਬੱਚਿਆਂ ਨਾਲ ਗਲਤ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਸਕੂਲ ਵਿੱਚ ਹਰ ਕੋਈ ਮੇਰੀ ਬਹੁਤ ਇੱਜ਼ਤ ਕਰਦਾ ਸੀ ਅਤੇ ਸਾਰੇ ਵਿਦਿਆਰਥੀ ਮੇਰਾ ਸਤਿਕਾਰ ਕਰਦੇ ਸਨ। ਮੇਰੇ ਪਿਤਾ ਜੀ ਖੁਸ਼ ਸਨ ਕਿ ਮੈਂ ਜ਼ਿੰਮੇਵਾਰੀਆਂ ਨੂੰ ਜਲਦੀ ਸਮਝਣਾ ਸਿੱਖ ਲਿਆ ਸੀ। ਹੁਣ ਮੇਰੀ ਜ਼ਿੰਮੇਵਾਰੀ 7ਵੀਂ ਕਲਾਸ ਨੂੰ ਸੀ ਅਤੇ ਮੈਂ ਬਿਨਾਂ ਕਿਸੇ ਇੰਤਜ਼ਾਰ ਦੇ ਜ਼ਿੰਮੇਵਾਰੀ ਲੈ ਲਈ। ਮੈਨੂੰ ਸਿਰਫ ਪੜ੍ਹਾਉਣ ਦਾ ਮੌਕਾ ਸੀ। ਹੁਣ ਮੈਂ 7ਵੀਂ ਜਮਾਤ ਦਾ ਪੱਕਾ ਅਧਿਆਪਕ ਬਣ ਗਿਆ ਸੀ ਤੇ 7ਵੀਂ ਜਮਾਤ ਦੇ ਬੱਚਿਆਂ ਨੂੰ ਪੜ੍ਹਾਉਂਦਾ ਸੀ। ਨਾਇਰਾ ਫਿਰ ਮੇਰੇ ਕੋਲ ਆਈ ਅਤੇ ਮੇਰੇ ਨਾਲ ਵਿਆਹ ਬਾਰੇ ਬੜੇ ਜ਼ੋਰਦਾਰ ਢੰਗ ਨਾਲ ਗੱਲਾਂ ਕਰਨ ਲੱਗੀ। ਮੈਂ ਉਸ ਦੀਆਂ ਗੱਲਾਂ ਤੇ ਫਿਰ ਤੋਂ ਹੱਸ ਪਿਆ। ਮੈਂ ਤਾਂ ਇਹੀ ਸੋਚ ਰਿਹਾ ਸੀ ਕਿ ਉਹ ਬੱਚੀ ਹੈ। ਬੱਚੇ ਅਕਸਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਮੈਂ ਆਪਣੇ ਮਾਪਿਆਂ ਨੂੰ ਮੇਰਾ ਵਿਆਹ ਕਰਨ ਲਈ ਸਹਿਮਤੀ ਦੇ ਦਿੱਤੀ ਸੀ ਅਤੇ ਮੇਰਾ ਜਵਾਬ ਲੜਕੀ ਦੇ ਪਰਿਵਾਰ ਤੱਕ ਪਹੁੰਚ ਗਿਆ ਸੀ। ਮਾਂ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਲੜਕੀ ਦਾ ਪਰਿਵਾਰ ਮੈਨੂੰ ਦੇਖਣ ਮੇਰੇ ਘਰ ਆਉਣ ਵਾਲਾ ਸੀ, ਜਿਸ ਲਈ ਮੈਂ ਹਾਮੀ ਭਰ ਦਿੱਤੀ ਅਤੇ ਸਿਰ ਹਿਲਾ ਦਿੱਤਾ। ਅੱਜ ਫਿਰ ਮੈਂ ਸਕੂਲ ਵਿੱਚ 7ਵੀਂ ਜਮਾਤ ਦੇ ਬੱਚਿਆਂ ਨੂੰ ਪੜ੍ਹਾ ਰਿਹਾ ਸੀ ਕਿ ਅਚਾਨਕ ਉਹੀ ਕੁੜੀ ਨਾਇਰਾ ਮੇਰੇ ਕੋਲ ਆਈ ਅਤੇ ਕਹਿਣ ਲੱਗੀ, ਸਰ ਮੈਂ ਤੁਹਾਡੇ ਨਾਲ ਵਿਆਹ ਕਰਾਂਗੀ ਅਤੇ ਤੁਸੀਂ ਮੇਰਾ ਲਾੜਾ ਬਣੋਗੇ। ਉਸ ਤੋਂ ਦੁਬਾਰਾ ਉਹੀ ਗੱਲ ਸੁਣ ਕੇ ਮੈਂ ਥੋੜਾ ਹੈਰਾਨ ਹੋਇਆ, ਪਰ ਮੈਂ ਫਿਰ ਹੱਸ ਪਿਆ ਅਤੇ ਉਸ ਦੀ ਗੱਲ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਉਹ ਬੱਚੀ ਹੈ, ਕਿਉਂਕਿ ਉਸ ਦੀ ਅਰਥਹੀਨ ਗੱਲ ਤੇ ਸਿਵਾਏ ਹੱਸਣ ਦੇ ਮੈਂ ਕੀ ਕਰ ਸਕਦਾ ਸੀ। ਅੱਜ ਫਿਰ ਮੈਂ ਉਸ ਦੀ ਗੱਲ ਨੂੰ ਟਾਲ ਦਿੱਤਾ ਅਤੇ ਮੈਨੂੰ ਇਹ ਦੱਸਣ ਤੋਂ ਬਾਅਦ ਉਹ ਦੁਬਾਰਾ ਜਾ ਕੇ ਆਪਣੀ ਜਗ੍ਹਾ ਤੇ ਬੈਠ ਗਈ। ਜਦੋਂ ਮੈਂ ਦੂਜੇ ਬੱਚਿਆਂ ਨਾਲ ਰੁੱਝਿਆ ਹੋਇਆ ਤਾਂ ਇਹ ਗੱਲ ਮੇਰੇ ਦਿਮਾਗ ਵਿੱਚੋਂ ਖਤਮ ਹੋ ਗਈ ਸੀ, ਪਰ ਆਉਣ ਵਾਲੇ ਕੁਝ ਦਿਨਾਂ ਵਿੱਚ ਮੈਂ ਚੰਗੀ ਤਰ੍ਹਾਂ ਸਮਝ ਸਕਦਾ ਸੀ ਕਿ ਉਹ ਕੁੜੀ ਆਪਣੀ ਗੱਲ ਤੇ ਕਿੰਨੀ ਪੱਕੀ ਸੀ, ਕਿਉਂਕਿ ਉਹ ਹਰ ਰੋਜ਼ ਮੇਰੇ ਕੋਲ ਆਉਂਦੀ ਸੀ ਅਤੇ ਇਹੀ ਕਹਿੰਦੀ ਸੀ ਕਿ ਮੈਂ ਤੁਹਾਡੇ ਨਾਲ ਵਿਆਹ ਕਰਾਂਗੀ ਅਤੇ ਤੁਸੀਂ ਮੇਰਾ ਲਾੜਾ ਬਣੋ। ਸ਼ੁਰੂ ਵਿੱਚ ਮੈਂ ਉਸ ਦੀਆਂ ਗੱਲਾਂ ਨੂੰ ਹਾਸੇ ਮਜ਼ਾਕ ਵਿੱਚ ਨਜ਼ਰ ਅੰਦਾਜ਼ ਕਰ ਦਿੰਦਾ ਸੀ, ਪਰ ਮੈਂ ਇਹ ਕਦੋਂ ਤੱਕ ਕਰਦਾ, ਕਿਉਂਕਿ ਹੁਣ ਹੱਦ ਹੋ ਗਈ ਸੀ ਅਤੇ ਇਹ ਮੇਰੀ ਬਰਦਾਸ਼ਤ ਤੋਂ ਬਾਹਰ ਹੁੰਦੀ ਜਾ ਰਹੀ ਸੀ। ਲੱਗਦਾ ਸੀ ਕਿ ਕਿਸੇ ਦਿਨ ਮੈਂ ਆਪਣਾ ਗੁੱਸਾ ਉਸ ਤੇ ਕੱਢ ਦਿਆਂਗਾ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਮੈਨੂੰ ਹਰ ਰੋਜ਼ ਇੱਕੋ ਗੱਲ ਕਿਉਂ ਕਹਿ ਰਹੀ ਸੀ ਅਤੇ ਉਹ ਵੀ ਬਿਨਾਂ ਕਿਸੇ ਕਾਰਨ। ਮੈਂ ਇੱਕ ਦਿਨ ਉਸ ਨੂੰ ਡਾਂਟ ਕੇ ਸਮਝਾਇਆ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ, ਪਰ ਉਹ ਫਿਰ ਵੀ ਨਹੀਂ ਸਮਝੀ। ਉਹ ਫਿਰ ਉਹੀ ਗੱਲ ਦੁਹਰਾ ਰਹੀ ਸੀ। ਹੁਣ ਮੈਂ ਉਸ ਦੀਆਂ ਗੱਲਾਂ ਤੋਂ ਹੋਰ ਵੀ ਅੱਕ ਗਿਆ ਸੀ। ਮੈਨੂੰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਲੱਭ ਰਿਹਾ ਸੀ ਕਿ ਇਸ ਕੁੜੀ ਨੂੰ ਇਸ ਗੱਲ ਤੋਂ ਕਿਵੇਂ ਦੂਰ ਰੱਖਿਆ ਜਾਵੇ। ਮੈਂ ਆਪਣੇ ਸਕੂਲ ਦੇ ਕਿਸੇ ਹੋਰ ਅਧਿਆਪਕ ਨੂੰ ਇਹ ਗੱਲ ਨਹੀਂ ਦੱਸ ਸਕਦਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਮੇਰੀ ਗੱਲ ਸੁਣ ਕੇ ਉਹ ਕਹਿਣਗੇ ਕਿ ਉਹ ਬੱਚੀ ਹੈ, ਉਹ ਮਾਸੂਮ ਹੈ, ਇਸ ਲਈ ਉਸ ਦੀਆਂ ਗੱਲਾਂ ਨੂੰ ਅਣਡਿੱਠ ਕਰੋ। ਹਾਲਾਂਕਿ ਮੈਂ ਉਸ ਨੂੰ ਇੱਕ ਬੱਚੀ ਸਮਝਦਾ ਸੀ, ਪਰ ਮੈਂ ਉਸ ਦੇ ਸ਼ਬਦਾਂ ਨੂੰ ਨਜ਼ਰ ਅੰਦਾਜ਼ ਕਰਨ ਵਿੱਚ ਅਸਮਰਥ ਸੀ ਅਤੇ ਮੈਂ ਉਸ ਦੇ ਹਰ ਰੋਜ਼ ਇਹੀ ਗੱਲ ਕਹਿਣ ਤੋਂ ਬਹੁਤ ਤੰਗ ਆ ਗਿਆ ਸੀ। ਉਸ ਦਿਨ ਵੀ ਮੈਂ ਕੁਰਸੀ ਤੇ ਬੈਠਾ ਆਪਣੀ ਜਮਾਤ ਦੇ ਬੱਚਿਆਂ ਦੀਆਂ ਕਾਪੀਆਂ ਚੈੱਕ ਕਰ ਰਿਹਾ ਸੀ ਜਦੋਂ ਉਹ ਮੇਰੇ ਕੋਲ ਆਈ ਅਤੇ ਫਿਰ ਮੈਨੂੰ ਉਹੀ ਗੱਲ ਦੁਹਰਾਉਣ ਲੱਗੀ ਜੋ ਉਹ ਹਰ ਰੋਜ਼ ਕਹਿੰਦੀ ਸੀ ਅਤੇ ਅੱਜ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਮੈਨੂੰ ਉਸ ਤੇ ਬਹੁਤ ਗੁੱਸਾ ਆ ਰਿਹਾ ਸੀ। ਜਦੋਂ ਉਹ ਮੇਰੇ ਸਾਹਮਣੇ ਮਾਸੂਮ ਚਿਹਰੇ ਨਾਲ ਖੜੀ ਸੀ, ਪਹਿਲਾਂ ਤਾਂ ਮੈਂ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਬੇਟਾ ਨਾਇਰਾ, ਬੱਚੇ ਅਜਿਹੀਆਂ ਗੱਲਾਂ ਨਹੀਂ ਕਰਦੇ, ਪਰ ਫਿਰ ਉਸਨੇ ਉਹੀ ਗੱਲ ਕਹੀ ਜੋ ਉਹ ਹਮੇਸ਼ਾ ਕਹਿੰਦੀ ਸੀ। ਹੁਣ ਮੈਂ ਹੋਰ ਵੀ ਤੰਗ ਹੋ ਗਿਆ ਸੀ। ਮੈਂ ਉਸ ਨੂੰ ਝਿੜਕਿਆ ਅਤੇ ਕਿਹਾ ਕਿ ਉਹ ਕੱਲ ਆਪਣੇ ਪਿਤਾ ਨੂੰ ਸਕੂਲ ਲੈ ਕੇ ਆਵੇ। ਜਦੋਂ ਮੈਂ ਉਸ ਨੂੰ ਗੁੱਸੇ ਵਿੱਚ ਕਿਹਾ ਤਾਂ ਉਸਨੇ ਕਿਹਾ, ਸਰ ਮੇਰੇ ਪਿਤਾ ਜੀ ਸਕੂਲ ਨਹੀਂ ਆ ਸਕਦੇ। ਮੈਂ ਉਸਦੇ ਪਿਤਾ ਨੂੰ ਸਕੂਲ ਬੁਲਾਉਣਾ ਚਾਹੁੰਦਾ ਸੀ ਤਾਂ ਜੋ ਮੈਂ ਉਸ ਨੂੰ ਉਸਦੇ ਸਾਰੇ ਕੰਮਾਂ ਬਾਰੇ ਦੱਸ ਸਕਾਂ ਅਤੇ ਉਹ ਆਪਣੀ ਧੀ ਨੂੰ ਸਮਝਾ ਸਕੇ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਉਸ ਨੂੰ ਮੇਰੀ ਗੱਲ ਸਮਝ ਨਹੀਂ ਆ ਰਹੀ ਸੀ, ਪਰ ਉਹ ਆਪਣੇ ਪਿਤਾ ਦੀ ਗੱਲ ਜ਼ਰੂਰ ਸਮਝਦੀ। ਉਸ ਨੇ ਬਹੁਤ ਮਾਸੂਮ ਜਿਹਾ ਚਿਹਰਾ ਬਣਾ ਕੇ ਕਿਹਾ। ਮੈਂ ਉਸ ਨੂੰ ਪੁੱਛਿਆ ਕਿ ਉਹ ਕਿਉਂ ਨਹੀਂ ਆ ਸਕਦੇ। ਉਸ ਦੇ ਇਨਕਾਰ ਕਰਨ ਤੇ ਮੈਨੂੰ ਬਹੁਤ ਗੁੱਸਾ ਆਇਆ, ਪਰ ਮੈਂ ਕਿਸੇ ਤਰ੍ਹਾਂ ਆਪਣੇ ਗੁੱਸੇ ਤੇ ਕਾਬੂ ਪਾਇਆ ਅਤੇ ਬਹੁਤ ਹੀ ਨਰਮੀ ਅਤੇ ਪਿਆਰ ਨਾਲ ਉਸ ਨੂੰ ਪੁੱਛਿਆ ਕਿ ਤੁਹਾਡੇ ਪਿਤਾ ਸਕੂਲ ਕਿਉਂ ਨਹੀਂ ਆ ਸਕਦੇ। ਨਾਇਰਾ ਨੇ ਕਿਹਾ, ਸਰ ਮੇਰੇ ਪਿਤਾ ਬੇਵੱਸ ਹਨ, ਉਹ ਚੱਲ ਫਿਰ ਨਹੀਂ ਸਕਦੇ, ਤੁਸੀਂ ਆਪ ਹੀ ਸਾਡੇ ਘਰ ਜਾ ਕੇ ਉਹਨਾਂ ਨੂੰ ਮਿਲ ਲਓ। ਲੜਕੀ ਨੇ ਬੜੇ ਸਹਿਜ ਨਾਲ ਕਿਹਾ ਸੀ। ਮੈਂ ਹੈਰਾਨ ਸੀ ਕਿ ਉਸ ਦਾ ਪਿਤਾ ਬੇਵੱਸ ਹੈ। ਮੈਨੂੰ ਯਕੀਨ ਨਹੀਂ ਆ ਰਿਹਾ ਸੀ, ਪਰ ਉਹ ਬੱਚੀ 7ਵੀਂ ਜਮਾਤ ਵਿੱਚ ਪੜ੍ਹਦੀ ਸੀ ਅਤੇ ਇੰਨੀ ਛੋਟੀ ਸੀ ਕਿ ਉਹ ਇੰਨਾ ਵੱਡਾ ਝੂਠ ਨਹੀਂ ਬੋਲ ਸਕਦੀ। ਉਸ ਦਾ ਪਿਤਾ ਜ਼ਰੂਰ ਬੇਵੱਸ ਹੋਵੇਗਾ, ਇਸੇ ਲਈ ਉਹ ਅਜਿਹਾ ਕਹਿ ਰਹੀ ਸੀ। ਉਸ ਦੀ ਗੱਲ ਸੁਣ ਕੇ ਮੈਂ ਸਿਰ ਹਿਲਾਇਆ, ਕਿਉਂਕਿ ਮੈਂ ਪਹਿਲਾਂ ਹੀ ਉਸ ਦੇ ਘਰ ਜਾ ਕੇ ਉਸ ਦੇ ਪਿਤਾ ਨੂੰ ਮਿਲਣ ਦਾ ਫੈਸਲਾ ਕਰ ਲਿਆ ਸੀ ਅਤੇ ਹੁਣ ਮੈਂ ਸਕੂਲ ਤੋਂ ਬਾਅਦ ਉਸ ਦੇ ਘਰ ਜਾਣਾ ਸੀ। ਬਾਕੀ ਸਮਾਂ ਮੈਂ ਨਾਇਰਾ ਦੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਕੰਮ ਵਿੱਚ ਰੁੱਝਿਆ ਰਿਹਾ। ਸਕੂਲ ਖਤਮ ਹੋਣ ਤੋਂ ਬਾਅਦ ਮੈਂ ਜ਼ਰੂਰੀ ਕਾਗਜ਼ਾਂ ਦੀ ਫਾਈਲ ਚੁੱਕ ਕੇ ਸਕੂਲ ਤੋਂ ਬਾਹਰ ਚਲਾ ਗਿਆ। ਉਹ ਕੁੜੀ
ਕੁੜੀ ਨੈਰਾ ਮੇਰੇ ਨਾਲ ਸੀ, ਕਿਉਂਕਿ ਮੇਰੇ ਨਾਲ ਉਸ ਕੁੜੀ ਨੂੰ ਵੀ ਯਾਦ ਸੀ ਕਿ ਮੈਂ ਉਸਦੇ ਘਰ ਜਾਣਾ ਸੀ। ਉਸਦੇ ਬੇਸਹਾਰਾ ਪਿਤਾ ਨੂੰ ਮਿਲਣ ਲਈ ਸੜਕਾਂ ਅਤੇ ਗਲੀਆਂ 'ਚ 10 ਮਿੰਟ ਦੇ ਕਰੀਬ ਪੈਦਲ ਚੱਲਣ ਤੋਂ ਬਾਅਦ ਅਸੀਂ ਉਸਦੇ ਘਰ ਪਹੁੰਚ ਗਏ। ਇਹ ਬਹੁਤ ਵੱਡਾ ਨਹੀਂ ਸੀ ਤੇ ਛੋਟਾ ਜਿਹਾ ਪੁਰਾਣਾ ਘਰ ਸੀ। ਮੈਂ ਉਸ ਕੁੜੀ ਨਾਲ ਘਰ ਵਿੱਚ ਵੜਿਆ। ਘਰ ਦੀਆਂ ਕੰਧਾਂ ਬਹੁਤ ਅਜੀਬ ਅਤੇ ਪੁਰਾਣੀ ਕਿਸਮ ਦੀਆਂ ਲੱਗ ਰਹੀਆਂ ਸਨ। ਘਰ ਕਿਸੇ ਭੂਤੀਆ ਕਿਸਮ ਦੇ ਘਰ ਵਰਗਾ ਲੱਗ ਰਿਹਾ ਸੀ, ਜਿਸ ਕਾਰਨ ਮੈਂ ਕੁਝ ਚਿੰਤਤ ਹੋ ਗਿਆ। ਪਰ ਫਿਰ ਮੈਂ ਹਿੰਮਤ ਇਕੱਠੀ ਕੀਤੀ ਅਤੇ ਨੈਰਾ ਦੇ ਪਿਤਾ ਨੂੰ ਲੱਭਣਾ ਸ਼ੁਰੂ ਕੀਤਾ, ਜੋ ਘਰ ਵਿੱਚ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇੱਕ ਕਮਰੇ ਤੋਂ ਦੂਜੇ ਕਮਰੇ ਵਿੱਚ ਅਤੇ ਫਿਰ ਵਿਹੜੇ ਤੇ ਰਸੋਈ ਵਿੱਚ। ਹੁਣ ਪੂਰੇ ਘਰ ਅੰਦਰ ਝਾਤੀ ਮਾਰਨ ਤੋਂ ਬਾਅਦ ਵੀ ਨਾ ਤਾਂ ਨੈਰਾ ਦੀ ਮਾਂ ਅਤੇ ਨਾ ਹੀ ਉਸਦੇ ਪਿਤਾ ਨੂੰ ਮੈਂ ਘਰ ਵਿੱਚ ਦੇਖਿਆ। ਨੈਰਾ ਨੇ ਦੱਸਿਆ ਸੀ ਕਿ ਉਸਦੇ ਪਿਤਾ ਬੇਵੱਸ ਹਨ। ਜੇਕਰ ਉਹ ਬੇਵੱਸ ਸੀ ਅਤੇ ਕਿਤੇ ਨਹੀਂ ਜਾ ਸਕਦਾ ਸੀ ਤਾਂ ਉਹ ਘਰ ਵਿੱਚ ਹੀ ਮੌਜੂਦ ਹੋਣਾ ਚਾਹੀਦਾ ਸੀ, ਪਰ ਮੈਂ ਉਸ ਨੂੰ ਘਰ ਵਿੱਚ ਕਿਧਰੇ ਵੀ ਨਹੀਂ ਸੀ ਦੇਖ ਸਕਿਆ। ਮੈਨੂੰ ਚਿੰਤਾ ਹੋਈ ਤੇ ਮੈਂ ਨੈਰਾ ਨੂੰ ਪੁੱਛਿਆ ਕਿ ਤੇਰੇ ਪਿਤਾ ਜੀ ਕਿੱਥੇ ਹਨ? ਤਾਂ ਉਸਨੇ ਕਿਹਾ ਕਿ ਮੇਰੇ ਪਿਤਾ ਜੀ ਸਾਹਮਣੇ ਕਮਰੇ ਵਿੱਚ ਹਨ। ਮੈਂ ਕਮਰੇ ਵੱਲ ਦੇਖ ਰਿਹਾ ਸੀ, ਪਰ ਜਿਵੇਂ ਹੀ ਮੈਂ ਉਸ ਕਮਰੇ ਵੱਲ ਦੇਖਿਆ ਤਾਂ ਮੈਂ ਹੈਰਾਨ ਹੋ ਗਿਆ, ਕਿਉਂਕਿ ਮੈਂ ਉਸ ਕਮਰੇ ਵਿੱਚ ਦੇਖਿਆ ਸੀ ਇਹ ਖਾਲੀ ਸੀ। ਬਹੁਤ ਸਾਦਾ ਘਰ ਸੀ, ਬਹੁਤ ਸਾਰਾ ਸਮਾਨ ਅਤੇ ਘਰ ਵਿੱਚ ਰਹਿਣ ਵਾਲਾ ਕੋਈ ਵੀ ਮੌਜੂਦ ਨਹੀਂ ਸੀ। ਪਤਾ ਨਹੀਂ ਨੈਰਾ ਮੈਨੂੰ ਕਿਸ ਦੇ ਘਰ ਲੈ ਆਈ ਸੀ। ਨੈਰਾ ਦੇ ਕਹਿਣ ਤੇ ਮੈਂ ਉਸ ਕਮਰੇ ਦੇ ਅੰਦਰ ਚਲਾ ਗਿਆ। ਮੈਂ ਸੋਚਿਆ ਕਿ ਇੱਕ ਹੋਰ ਨਜ਼ਰ ਮਾਰ ਲੈਣ ਵਿੱਚ ਕੀ ਹਰਜ ਹੈ। ਜਿਵੇਂ ਹੀ ਮੈਂ ਕਮਰੇ ਦੇ ਅੰਦਰ ਕਦਮ ਰੱਖਿਆ, ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਮੇਰੇ ਪਿੱਛੇ ਮੈਨੂੰ ਇੱਕ ਔਰਤ ਦੇ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਜਿਵੇਂ ਹੀ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੈਂ ਇੱਕਦਮ ਡਰ ਗਿਆ ਅਤੇ ਮੈਂ ਚੀਕਿਆ, ਕਿਉਂਕਿ ਮੇਰੇ ਸਾਹਮਣੇ ਇੱਕ ਮੋਟੀ ਔਰਤ ਖੜੀ ਸੀ ਜੋ ਮੇਰੇ ਵੱਲ ਬੜੀ ਸਖਤ ਨਜ਼ਰ ਨਾਲ ਦੇਖ ਰਹੀ ਸੀ। ਮੈਂ ਉਸ ਨੂੰ ਪੁੱਛਿਆ, ਤੂੰ ਕੌਣ ਹੈ? ਮੈਂ ਗੁੱਸੇ ਨਾਲ ਪੁੱਛਿਆ। ਦਰਵਾਜ਼ਾ ਖੁੱਲਾ ਸੀ, ਪਰ ਮੈਨੂੰ ਕਿਤੇ ਵੀ ਨੈਰਾ ਨਜ਼ਰ ਨਹੀਂ ਆ ਰਹੀ ਸੀ ਅਤੇ ਦਰਵਾਜ਼ੇ ਦੇ ਸਾਹਮਣੇ ਇੱਕ ਔਰਤ ਖੜੀ ਸੀ ਜਿਸ ਦੇ ਕੋਲੋਂ ਮੈਂ ਬਾਹਰ ਨਹੀਂ ਨਿਕਲ ਸਕਦਾ ਸੀ। ਉਹ ਕੌਣ ਸੀ? ਮੈਂ ਉਸ ਨੂੰ ਨਹੀਂ ਜਾਣਦਾ ਸੀ, ਪਰ ਮੈਂ ਉਸ ਤੋਂ ਬਹੁਤ ਡਰਿਆ ਹੋਇਆ ਸੀ, ਕਿਉਂਕਿ ਉਹ ਔਰਤ ਬਹੁਤ ਗੁੱਸੇ ਵਾਲੀ ਲੱਗ ਰਹੀ ਸੀ। ਹੁਣ ਮੈਨੂੰ ਇੱਥੇ ਆ ਕੇ ਪਛਤਾਵਾ ਹੋ ਰਿਹਾ ਸੀ ਕਿ ਮੈਂ ਨੈਰਾ ਦੀ ਸਲਾਹ ਕਿਉਂ ਮੰਨੀ। ਅਜਿਹਾ ਨਾ ਹੋਵੇ ਕਿ ਮੈਂ ਇੱਥੇ ਆ ਕੇ ਕਿਸੇ ਵੱਡੀ ਮੁਸੀਬਤ ਵਿੱਚ ਪੈ ਜਾਵਾਂ। ਇਹ ਸਭ ਮੈਨੂੰ ਪਰੇਸ਼ਾਨ ਕਰ ਰਿਹਾ ਸੀ। ਔਰਤ ਨੇ ਕਿਹਾ ਕਿ ਮੈਂ ਨੈਰਾ ਦੀ ਮਾਂ ਹਾਂ ਅਤੇ ਹੁਣ ਤੁਸੀਂ ਨੈਰਾ ਨਾਲ ਵਿਆਹ ਕਰਨ ਜਾ ਰਹੇ ਹੋ। ਜਦੋਂ ਨੈਰਾ ਦੀ ਮਾਂ ਨੇ ਇਹ ਕਿਹਾ ਤਾਂ ਮੇਰੀਆਂ ਅੱਖਾਂ ਹੈਰਾਨੀ ਨਾਲ ਭਰ ਗਈਆਂ। ਮੈਂ ਉੱਚੀ ਚੀਕ ਕੇ ਕਿਹਾ, ਤੁਸੀਂ ਵੀ ਬਕਵਾਸ ਕਹਿ ਰਹੇ ਹੋ। ਉਸ ਔਰਤ ਨੇ ਬਹੁਤ ਗੁੱਸੇ ਨਾਲ ਭਰੀਆਂ ਅੱਖਾਂ ਨਾਲ ਬੋਲਦਿਆਂ ਮੈਨੂੰ ਨੀਵੇਂ ਲਹਿਜੇ ਵਿੱਚ ਗੱਲ ਕਰਨ ਲਈ ਕਿਹਾ ਅਤੇ ਕਿਹਾ, ਚਲੋ ਹੁਣ ਤੁਹਾਡਾ ਵਿਆਹ ਤੈਅ ਹੋ ਜਾਵੇਗਾ। ਮੈਂ ਕਿਹਾ, ਤੁਸੀਂ ਇੱਕ ਔਰਤ ਹੋ ਅਤੇ ਮੈਂ ਤੁਹਾਡੀ ਇੱਜ਼ਤ ਕਰਦਾ ਹਾਂ। ਤੁਸੀਂ ਆਪਣੀ 14 ਸਾਲ ਦੀ ਧੀ ਦਾ ਵਿਆਹ ਜ਼ਬਰਦਸਤੀ ਕਿਵੇਂ ਕਰ ਸਕਦੇ ਹੋ? ਉਹ 14 ਸਾਲ ਦੀ ਅਤੇ ਮੈਂ 24 ਸਾਲ ਦਾ ਲੜਕਾ। ਵੈਸੇ ਵੀ ਮੈਂ ਵਿਆਹ ਕਰਵਾਉਣ ਜਾ ਰਿਹਾ ਹਾਂ। ਜੇ ਤੁਸੀਂ ਆਪਣੀ ਧੀ ਦੇ ਵਿਆਹ ਵਿੱਚ ਇੰਨੇ ਹੀ ਦਿਲਚਸਪੀ ਰੱਖਦੇ ਹੋ ਤਾਂ ਉਸ ਲਈ ਉਸ ਦੀ ਉਮਰ ਦਾ ਮੁੰਡਾ ਲੱਭੋ। ਗੁੱਸੇ ਭਰੇ ਲਹਿਜੇ ਵਿੱਚ ਇਹ ਕਹਿ ਕੇ ਮੈਂ ਤੇਜ਼ੀ ਨਾਲ ਬਾਹਰ ਵੱਲ ਨੂੰ ਤੁਰ ਪਿਆ, ਪਰ ਮੈਂ ਅਜੇ ਦਰਵਾਜ਼ੇ ਤੋਂ ਬਾਹਰ ਨਹੀਂ ਨਿਕਲਿਆ ਸੀ ਕਿ ਅਚਾਨਕ ਕਿਸੇ ਨੇ ਮੇਰੇ ਸਿਰ ਤੇ ਪਿੱਛੇ ਤੋਂ ਕਿਸੇ ਸਖਤ ਚੀਜ਼ ਨਾਲ ਮਾਰਿਆ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਉਹ ਸਖਤ ਚੀਜ਼ ਮੇਰੇ ਸਿਰ ਤੇ ਇੰਨੀ ਜ਼ੋਰ ਨਾਲ ਮਾਰੀ ਕਿ ਮੇਰਾ ਸਿਰ ਦਰਦ ਨਾਲ ਫਟਣ ਲੱਗਾ। ਮੈਂ ਪਿੱਛੇ ਮੁੜ ਕੇ ਦੇਖਿਆ ਕਿ ਨੈਰਾ ਦੀ ਮਾਂ ਦੇ ਹੱਥ ਵਿੱਚ ਸੋਟੀ ਸੀ ਅਤੇ ਉਸ ਨੇ ਮੇਰੇ ਸਿਰ ਤੇ ਵਾਰ ਕੀਤਾ ਸੀ। ਮੈਂ ਦਰਦ ਨਾ ਸਹਾਰ ਸਕਿਆ ਅਤੇ ਅਗਲੇ ਹੀ ਪਲ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਇਹ ਸਭ ਇੰਨਾ ਅਚਾਨਕ ਹੋਇਆ ਕਿ ਮੈਨੂੰ ਕੁਝ ਸੋਚਣ ਜਾਂ ਸਮਝਣ ਦਾ ਮੌਕਾ ਵੀ ਨਹੀਂ ਮਿਲਿਆ। ਪਤਾ ਨਹੀਂ ਕਿੰਨੀ ਦੇਰ ਮੈਂ ਬੇਹੋਸ਼ ਰਿਹਾ, ਪਰ ਜਦੋਂ ਮੈਨੂੰ ਹੋਸ਼ ਆਈ ਤਾਂ ਮੇਰਾ ਸਿਰ ਇੰਨਾ ਦੁਖ ਰਿਹਾ ਸੀ ਕਿ ਮੈਨੂੰ ਬਹੁਤ ਚੱਕਰ ਆ ਰਹੇ ਸਨ ਅਤੇ ਜਿਸ ਚੀਜ਼ ਨਾਲ ਮੈਨੂੰ ਮਾਰਿਆ ਸੀ ਉਸ ਦਾ ਅਸਰ ਅਜੇ ਵੀ ਮੇਰੇ ਸਿਰ ਤੇ ਸੀ। ਮੇਰੀਆਂ ਅੱਖਾਂ ਵੀ ਭਾਰੀ ਹੋ ਰਹੀਆਂ ਸਨ। ਮੈਂ ਸਿਰ ਦਬਾ ਕੇ ਦਰਦ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਮੈਂ ਥੋੜਾ ਰਾਹਤ ਮਹਿਸੂਸ ਕੀਤੀ ਤਾਂ ਮੇਰੇ ਬੇਹੋਸ਼ ਹੋਣ ਤੋਂ ਪਹਿਲਾਂ ਦਾ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਘੁੰਮਣ ਲੱਗਾ। ਮੈਂ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜਿਸ ਕਮਰੇ ਵਿੱਚ ਮੈਂ ਸੀ ਉਸ ਵਿੱਚ ਬਹੁਤ ਹਨੇਰਾ ਸੀ। ਮੇਰੀ ਪਿੱਠ ਵੀ ਪੂਰੀ ਤਰ੍ਹਾਂ ਦਰਦ ਕਰ ਰਹੀ ਸੀ। ਜਦੋਂ ਮੈਂ ਆਸੇ-ਪਾਸੇ ਦੇਖਿਆ ਤਾਂ ਇੰਜ ਜਾਪਦਾ ਸੀ ਜਿਵੇਂ ਇਹ ਕਵਾੜ ਨਾਲ ਭਰਿਆ ਹੋਇਆ ਸੁਨਸਾਨ ਕਮਰਾ ਹੋਵੇ ਅਤੇ ਉੱਥੋਂ ਭੈੜੀ ਬਦਬੂ ਆ ਰਹੀ ਹੋਵੇ। ਇਹ ਉਹ ਘਰ ਨਹੀਂ ਸੀ ਜਿੱਥੇ ਨੈਰਾ ਮੈਨੂੰ ਲੈ ਕੇ ਆਈ ਸੀ, ਸਗੋਂ ਕੋਈ ਹੋਰ ਥਾਂ। ਹੁਣ ਮੈਨੂੰ ਪਛਤਾਵਾ ਹੋ ਰਿਹਾ ਸੀ ਕਿ ਮੈਂ ਨੈਰਾ ਦੀ ਸਲਾਹ ਕਿਉਂ ਮੰਨ ਲਈ ਸੀ। ਮੇਰੀ ਮਾਂ ਮੇਰੇ ਘਰ ਮੇਰਾ ਇੰਤਜ਼ਾਰ ਕਰ ਰਹੀ ਹੋਵੇਗੀ ਅਤੇ ਚਿੰਤਤ ਹੋਵੇਗੀ, ਕਿਉਂਕਿ ਮੈਨੂੰ ਨਹੀਂ ਪਤਾ ਕਿ ਮੈਂ ਇਸ ਕਮਰੇ ਵਿੱਚ ਕਿੰਨਾ ਸਮਾਂ ਤੋਂ ਬੰਦ ਸੀ। ਮੈਂ ਆਪਣੇ ਪਰਿਵਾਰ ਨੂੰ ਯਾਦ ਕਰ ਰਿਹਾ ਸੀ ਅਤੇ ਤਣਾਅ ਮਹਿਸੂਸ ਕਰ ਰਿਹਾ ਸੀ। ਮੈਨੂੰ ਚਿੰਤਾ ਹੋ ਰਹੀ ਸੀ ਕਿ ਮੈਂ ਇੱਥੇ ਕਿਉਂ ਆਇਆ ਸੀ।
ਮੈਨੂੰ ਇੱਥੋਂ ਨਿਕਲਣ ਦਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ। ਜੇ ਮੈਨੂੰ ਪਤਾ ਹੁੰਦਾ ਕਿ ਇਸ ਘਰ ਵਿੱਚ ਆਉਣ ਤੋਂ ਬਾਅਦ ਮੇਰੇ ਨਾਲ ਅਜਿਹਾ ਕੁਝ ਹੋ ਸਕਦਾ ਹੈ ਤਾਂ ਮੈਂ ਇੱਥੇ ਕਦੇ ਨਹੀਂ ਆਉਂਦਾ। ਪਰ ਸਾਰੀ ਗੱਲ ਇਹ ਸੀ ਕਿ ਮੈਨੂੰ ਕੁਝ ਪਤਾ ਨਹੀਂ ਸੀ। ਜਦੋਂ ਮੈਂ ਆਪਣਾ ਫੋਨ ਚੈੱਕ ਕਰਨਾ ਚਾਹਿਆ ਤਾਂ ਮੇਰੇ ਕੋਲ ਮੇਰਾ ਮੋਬਾਈਲ ਨਹੀਂ ਸੀ। ਮਤਲਬ ਉਸ ਔਰਤ ਨੇ ਮੇਰਾ ਮੋਬਾਈਲ ਖੋਹ ਲਿਆ ਸੀ। ਮੈਨੂੰ ਨਹੀਂ ਪਤਾ ਕਿ ਉਹ ਔਰਤ ਕੌਣ ਸੀ ਅਤੇ ਮੇਰੇ ਨਾਲ ਅਜਿਹਾ ਕਿਉਂ ਕਰ ਰਹੀ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਮੈਂ ਤੇਜ਼ੀ ਨਾਲ ਦਰਵਾਜ਼ੇ ਵੱਲ ਵਧਿਆ ਅਤੇ ਦਰਵਾਜ਼ਾ ਖੋਲ੍ਹਣ ਲਈ ਉੱਚੀ ਉੱਚੀ ਖੜਕਾਉਣ ਲੱਗਾ, ਪਰ ਕੋਈ ਜਵਾਬ ਨਹੀਂ ਆ ਰਿਹਾ। ਹਾਰ ਕਬੂਲ ਕੇ ਮੈਂ ਆਪ ਹੀ ਬੈਠ ਗਿਆ ਤੇ ਫਿਰ ਕਿਸੇ ਦੇ ਆਉਣ ਦੀ ਉਡੀਕ ਕਰਨ ਲੱਗਾ। ਮੈਨੂੰ ਨਹੀਂ ਪਤਾ ਕਿ ਮੇਰਾ ਪਰਿਵਾਰ ਕਿੰਨਾ ਚਿੰਤਤ ਹੋਵੇਗਾ। ਉਹ ਮੈਨੂੰ ਲਾਪਤਾ ਹੋਣ ਤੋਂ ਬਾਅਦ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋਣਗੇ। ਇਹ ਔਰਤ ਕੌਣ ਸੀ ਅਤੇ ਉਹ ਮੇਰੇ ਨਾਲ ਕੀ ਕਰਨਾ ਚਾਹੁੰਦੀ ਸੀ। ਔਰਤ ਮੈਨੂੰ ਮਾਰਨਾ ਨਹੀਂ ਚਾਹੁੰਦੀ, ਪਰ ਉਹ ਮੈਨੂੰ ਆਪਣੀ ਧੀ ਨਾਲ ਵਿਆਹ ਕਰਨ ਲਈ ਕਹਿ ਰਹੀ ਸੀ। ਮੈਂ ਕਦੇ ਵੀ ਇਸ ਨਾਲ ਸਹਿਮਤ ਨਹੀਂ ਹੁੰਦਾ ਕਿਉਂਕਿ ਮੈਂ ਇਸ ਤਰ੍ਹਾਂ ਦਾ ਵਿਅਕਤੀ ਨਹੀਂ ਸੀ। ਮੇਰੇ ਸਕੂਲ ਵਿੱਚ ਵੀ ਬਹੁਤ ਸਾਰੀਆਂ ਕੁੜੀਆਂ ਪੜ੍ਹਦੀਆਂ ਸਨ। ਸਾਡਾ ਸਕੂਲ ਇੰਟਰਮੀਡੀਏਟ ਤੱਕ ਸੀ ਅਤੇ ਜਵਾਨ ਕੁੜੀਆਂ ਵੀ ਮੇਰੇ ਸਕੂਲ ਵਿੱਚ ਪੜ੍ਹਦੀਆਂ ਸਨ, ਪਰ ਮੈਂ ਕਦੇ ਆਪਣੇ ਸਕੂਲ ਦੀ ਕਿਸੇ ਵਿਦਿਆਰਥਣ ਨੂੰ ਮਾੜੀ ਨਜ਼ਰ ਨਾਲ ਵੀ ਨਹੀਂ ਦੇਖਿਆ। ਮੈਂ ਉਹਨਾਂ ਨੂੰ ਸਿਰਫ ਪੜ੍ਹਾਉਂਦਾ ਸੀ। ਮੇਰਾ ਮਤਲਬ ਸਿਰਫ ਉਹਨਾਂ ਨੂੰ ਪੜ੍ਹਾਉਣਾ ਤੱਕ ਹੀ ਸੀ ਅਤੇ ਮੈਂ ਆਪਣੇ ਸਕੂਲ ਦੇ ਵਿਦਿਆਰਥੀਆਂ ਦਾ ਬਹੁਤ ਸਤਿਕਾਰ ਕਰਦਾ ਸੀ। ਮੈਂ ਹਮੇਸ਼ਾ ਉਹਨਾਂ ਨਾਲ ਨਿਮਰਤਾ ਨਾਲ ਗੱਲ ਕਰਦਾ ਸੀ। ਤਾਂ ਮੈਂ ਨਹਿਰਾ ਨਾਲ ਵਿਆਹ ਕਿਵੇਂ ਕਰ ਸਕਦਾ ਸੀ? ਉਹ ਸਿਰਫ 14 ਸਾਲ ਦੀ ਸੀ। ਬਾਹਰ ਦਿਨ ਸੀ ਜਾਂ ਰਾਤ, ਮੈਨੂੰ ਕਿਸੇ ਵੀ ਗੱਲ ਦੀ ਕੋਈ ਖਬਰ ਨਹੀਂ ਮਿਲ ਰਹੀ ਸੀ। ਮੈਂ ਇਸ ਕਮਰੇ ਵਿੱਚ ਪਤਾ ਨਹੀਂ ਕਿੰਨੇ ਸਮੇਂ ਤੋਂ ਕਦੇ ਮੈਂ ਲੇਟ ਜਾਂਦਾ ਸੀ ਤੇ ਕਦੇ ਮੈਂ ਉੱਠ ਕੇ ਬੈਠ ਜਾਂਦਾ ਸੀ ਕਿਉਂਕਿ ਮੈਨੂੰ ਬਹੁਤ ਭੁੱਖ ਲੱਗ ਰਹੀ ਸੀ। ਪਰ ਜਿਸ ਔਰਤ ਨੂੰ ਨਹਿਰਾ ਆਪਣੀ ਮਾਂ ਕਹਿ ਰਹੀ ਸੀ, ਉਹ ਮੈਨੂੰ ਇੱਥੇ ਲੈ ਕੇ ਆਈ ਸੀ ਅਤੇ ਮੈਨੂੰ ਕੈਦ ਕਰਕੇ ਛੱਡ ਗਈ ਸੀ ਅਤੇ ਦੁਬਾਰਾ ਮੇਰਾ ਹਾਲ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸੀ। ਇਹ ਸਭ ਸੋਚ ਕੇ ਮੈਂ ਹੋਰ ਵੀ ਪਰੇਸ਼ਾਨ ਹੋ ਗਿਆ ਅਤੇ ਸੌਂ ਗਿਆ। ਅਤੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਨੂੰ ਦਰਵਾਜ਼ਾ ਖੁੱਲਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਅੱਖਾਂ ਖੋਲੀਆਂ ਤਾਂ ਦੇਖਿਆ ਕਿ ਉਹੀ ਔਰਤ ਕਮਰੇ ਦੇ ਅੰਦਰ ਆਈ ਸੀ। ਉਸਦੇ ਹੱਥ ਵਿੱਚ ਇੱਕ ਬੈਗ ਸੀ ਜੋ ਉਸਨੇ ਮੈਨੂੰ ਫੜਾ ਦਿੱਤਾ ਅਤੇ ਮੈਨੂੰ ਖਾਣਾ ਖਾਣ ਲਈ ਕਿਹਾ। ਮੈਨੂੰ ਬਹੁਤ ਭੁੱਖ ਲੱਗੀ ਸੀ, ਇਸ ਲਈ ਮੈਂ ਚੁੱਪਚਾਪ ਉਹ ਬੈਗ ਫੜ ਲਿਆ। ਮੈਂ ਉਸ ਔਰਤ ਨੂੰ ਪੁੱਛਿਆ ਕਿ ਤੁਸੀਂ ਇਹ ਸਭ ਕਿਉਂ ਕਰ ਰਹੇ ਹੋ? ਤਾਂ ਉਸਨੇ ਕਿਹਾ, ਹੁਣ ਮੇਰੇ ਵਿੱਚ ਬਹਿਸ ਕਰਨ ਦੀ ਹਿੰਮਤ ਨਹੀਂ ਹੈ ਕਿਉਂਕਿ ਤੇਰੀ ਮਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਤੇਰਾ ਵਿਆਹ ਮੇਰੀ ਧੀ ਨਾਲ ਕਰਵਾ ਦੇਵੇਗੀ, ਪਰ ਉਹ ਆਪਣਾ ਵਾਅਦਾ ਭੁੱਲ ਗਈ ਅਤੇ ਜਦੋਂ ਮੈਂ ਤੇਰੀ ਮਾਂ ਨੂੰ ਯਾਦ ਕਰਵਾਇਆ ਤਾਂ ਉਹ ਆਪਣੀ ਗੱਲ ਤੋਂ ਪਿੱਛੇ ਹਟ ਗਈ। ਮੈਂ ਉਸ ਨੂੰ ਇੰਨੀ ਆਸਾਨੀ ਨਾਲ ਨਹੀਂ ਜਾਣ ਦਿਆਂਗੀ, ਇਸੇ ਲਈ ਮੈਂ ਧੋਖੇ ਨਾਲ ਤੈਨੂੰ ਘਰ ਬੁਲਾਇਆ ਸੀ ਤਾਂ ਜੋ ਮੈਂ ਤੇਰਾ ਤੇ ਮੇਰੀ ਧੀ ਦਾ ਵਿਆਹ ਕਰਵਾ ਸਕਾਂ। ਹੁਣ ਇਹ ਕਾਗਜ਼ ਇਕੱਠੇ ਕਰੋ ਅਤੇ ਦਸਤਖਤ ਕਰੋ। ਔਰਤ ਬਹੁਤ ਗੁੱਸੇ ਨਾਲ ਬੋਲ ਰਹੀ ਸੀ। ਉਸਨੇ ਕਾਗਜ਼ ਅਤੇ ਪੈਨ ਮੈਨੂੰ ਦਿੱਤੇ। ਉਹ ਮੇਰੀ ਕੋਰਟ ਮੈਰਿਜ ਕਰਵਾਉਣਾ ਚਾਹੁੰਦੀ ਸੀ। ਉਸ ਦੇ ਕਹਿਣ ਤੇ ਮੈਂ ਉਹ ਕਾਗਜ਼ ਆਪਣੇ ਹੱਥ ਵਿੱਚ ਫੜ ਲਏ ਅਤੇ ਜਦੋਂ ਮੈਂ ਇਸ ਨੂੰ ਪੜ੍ਹਿਆ ਤਾਂ ਮੈਂ ਗੁੱਸੇ ਵਿੱਚ ਆ ਗਿਆ। ਮੈਂ ਸਮਝ ਗਿਆ ਕਿ ਇਹ ਵਿਆਹ ਦੇ ਕਾਗਜ਼ ਸਨ ਜਿਸ ਦੇ ਇੱਕ ਪਾਸੇ ਕਿਸੇ ਕੁੜੀ ਦੇ ਦਸਤਖਤ ਸਨ। ਇਹ ਨਹਿਰਾ ਦੇ ਸਨ। ਮੈਂ ਉਸ ਔਰਤ ਨੂੰ ਕਿਹਾ ਕਿ ਤੁਸੀਂ ਕਿਹੋ ਜਿਹੀ ਮਾਂ ਹੋ, ਆਪਣੀ ਮਾਸੂਮ ਛੋਟੀ ਧੀ ਨੂੰ ਇੰਨੇ ਵੱਡੇ ਮੁੰਡੇ ਦੇ ਹਵਾਲੇ ਕਰ ਰਹੇ ਹੋ। ਤੁਸੀਂ ਆਪਣੀ ਧੀ ਨਾਲ ਇੰਨਾ ਵੱਡਾ ਪਾਪ ਨਹੀਂ ਕਰ ਸਕਦੇ। ਉਹ ਅਜੇ ਜਵਾਨ ਨਹੀਂ ਹੈ, ਉਹ ਬੱਚੀ ਹੈ। ਤੁਸੀਂ ਨਾਬਾਲਗ ਲੜਕੀ ਦਾ ਵਿਆਹ ਨਹੀਂ ਕਰ ਸਕਦੇ। ਤੁਸੀਂ ਜਾਣਦੇ ਹੋ ਕਿ ਇਸ ਕਾਰਨ ਤੁਸੀਂ ਗ੍ਰਿਫਤਾਰ ਵੀ ਹੋ ਸਕਦੇ ਹੋ ਕਿਉਂਕਿ ਤੁਹਾਡੀ ਧੀ ਅਜੇ ਬਹੁਤ ਛੋਟੀ ਹੈ। ਜਦੋਂ ਤੱਕ ਤੁਹਾਡੀ ਧੀ ਬਾਲਗ ਨਹੀਂ ਹੋ ਜਾਂਦੀ ਤੁਸੀਂ ਉਸ ਦਾ ਵਿਆਹ ਨਹੀਂ ਕਰ ਸਕਦੇ। ਔਰਤ ਨੇ ਕਿਹਾ ਕਿ ਉਹ ਮੇਰੀ ਬੇਟੀ ਹੈ, ਮੈਂ ਉਸ ਨਾਲ ਜੋ ਚਾਹਾਂ ਕਰ ਸਕਦੀ ਹਾਂ। ਇਸ ਲਈ ਜੇਕਰ ਉਹ ਬਾਲਗ ਨਹੀਂ ਹੈ ਤਾਂ ਕੀ ਹੋਇਆ, ਪਰ ਤੂੰ ਤਾਂ ਬਾਲਗ ਹੈ। ਚੁੱਪਚਾਪ ਇਸ ਕਾਗਜ਼ ਤੇ ਦਸਤਖਤ ਕਰ। ਉਸਨੇ ਮੈਨੂੰ ਕਿਹਾ, ਤੇਰੀ ਮਾਂ ਨਹੀਂ ਤਾਂ ਤੈਨੂੰ ਆਪਣੀ ਮਾਂ ਦੁਆਰਾ ਕੀਤਾ ਵਾਅਦਾ ਪੂਰਾ ਕਰਨਾ ਪਵੇਗਾ। ਮੈਂ ਕਿਹਾ ਕਿ ਮੇਰੀ ਮਾਂ ਕਦੇ ਵੀ 14 ਸਾਲ ਦੀ ਕੁੜੀ ਨਾਲ ਮੇਰਾ ਵਿਆਹ ਕਰਨ ਦਾ ਵਾਅਦਾ ਨਹੀਂ ਕਰ ਸਕਦੀ ਸੀ। ਮੈਨੂੰ ਆਪਣੀ ਮਾਂ ਤੇ ਪੂਰਾ ਵਿਸ਼ਵਾਸ ਹੈ। ਉਸ ਔਰਤ ਨੂੰ ਗੁੱਸਾ ਆ ਗਿਆ ਅਤੇ ਉਹ ਮੈਨੂੰ ਪੁੱਛਣ ਲੱਗੀ ਕਿ ਤੇਰੀ ਮਾਂ ਨੇ ਤੈਨੂੰ ਇਹ ਨਹੀਂ ਦੱਸਿਆ ਕਿ ਇਹ ਸੱਚ ਹੈ ਕਿ ਤੇਰੀ ਮਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਤੇਰਾ ਵਿਆਹ ਮੇਰੀ ਧੀ ਨਾਲ ਕਰਵਾ ਦੇਵੇਗੀ। ਉਹ ਅਜੇ ਬੋਲ ਹੀ ਰਹੀ ਸੀ ਕਿ ਉਸਦੇ ਮੋਬਾਈਲ ਦੀ ਘੰਟੀ ਵੱਜੀ ਅਤੇ ਫਿਰ ਉਸਨੇ ਫੋਨ ਚੁੱਕਿਆ ਅਤੇ ਗੱਲਾਂ ਕਰਦੇ ਹੋਏ ਮੇਰੇ ਵੱਲ ਦੇਖਣ ਲੱਗੀ। ਉਸਨੇ ਮੈਨੂੰ ਕਿਹਾ ਕਿ ਮੈਂ ਕੱਲ ਦੁਬਾਰਾ ਆਵਾਂਗੀ ਅਤੇ ਮੈਨੂੰ ਕਿਸੇ ਵੀ ਕੀਮਤ ਤੇ ਇਹਨਾਂ ਕਾਗਜ਼ਾਂ ਤੇ ਤੁਹਾਡੇ ਦਸਤਖਤ ਚਾਹੀਦੇ ਹਨ, ਨਹੀਂ ਤਾਂ ਚੰਗਾ ਨਹੀਂ ਹੋਵੇਗਾ। ਉਹ ਮੈਨੂੰ ਧਮਕੀ ਦੇ ਕੇ ਬਾਹਰ ਚਲੀ ਗਈ। ਮੈਂ ਬਹੁਤ ਪਰੇਸ਼ਾਨ ਸੀ। ਆਖਰ ਇਹ ਔਰਤ ਕਿਸ ਬਾਰੇ
ਗੱਲ ਕਰ ਰਹੀ। ਹੁਣ ਮੈਂ ਪੂਰੀ ਸੱਚਾਈ ਜਾਣਨਾ ਚਾਹੁੰਦਾ ਸੀ, ਇਸ ਲਈ ਮੈਂ ਉੱਥੋਂ ਭੱਜਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਮੈਂ ਜਾਣਨਾ ਚਾਹੁੰਦਾ ਸੀ ਕਿ ਨਾਇਰਾ ਦੀ ਮਾਂ ਉਸ ਦਾ ਵਿਆਹ ਕਿਉਂ ਕਰਨਾ ਚਾਹੁੰਦੀ। ਮੈਂ ਖਾਣਾ ਖਾਧਾ। ਉਹ ਰਾਤ ਵੀ ਮੇਰੇ ਲਈ ਬਹੁਤ ਮੁਸ਼ਕਲ ਨਾਲ ਬੀਤੀ ਸੀ। ਉਸਨੇ ਮੈਨੂੰ ਸਿਰਫ ਇੱਕ ਟਾਈਮ ਦਾ ਖਾਣਾ ਦਿੱਤਾ ਸੀ ਅਤੇ ਚਲੀ ਗਈ ਸੀ, ਸ਼ਾਇਦ ਇਸ ਲਈ ਕਿ ਮੈਂ ਉਸ ਦੀ ਗੱਲ ਮੰਨ ਲਵਾਂ ਅਤੇ ਉਸ ਦੀ ਧੀ ਨਾਲ ਵਿਆਹ ਕਰ ਲਵਾਂ। ਅਤੇ ਇਹਨਾਂ ਕਾਗਜ਼ਾਂ ਤੇ ਦਸਤਖਤ ਕਰਦਿਆਂ ਮੈਨੂੰ ਆਪਣੀ ਮਾਂ ਤੇ ਪੂਰਾ ਭਰੋਸਾ ਸੀ ਕਿ ਉਹ ਅਜਿਹਾ ਕਦੇ ਨਹੀਂ ਕਰ ਸਕਦੀ। ਅਗਲੇ ਦਿਨ ਫਿਰ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਇੱਕ ਆਦਮੀ ਕਮਰੇ ਵਿੱਚ ਆਇਆ। ਕੋਈ ਔਰਤ ਨਹੀਂ, ਪਰ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਹ ਆਦਮੀ ਵੀਲਚੇਅਰ ਤੇ ਬੈਠਾ ਸੀ, ਮਤਲਬ ਕਿ ਉਹ ਇੱਕ ਬੇਵੱਸ ਆਦਮੀ ਸੀ। ਮੇਰਾ ਪਹਿਲਾ ਖਿਆਲ ਇਹ ਸੀ ਕਿ ਉਹ ਨਾਇਰਾ ਦੇ ਪਿਤਾ ਹੋ ਸਕਦਾ ਹੈ। ਹਾਂ, ਬਿਨਾਂ ਪੁੱਛੇ ਉਸਨੇ ਮੈਨੂੰ ਆਪਣੇ ਬਾਰੇ ਦੱਸਿਆ ਕਿ ਮੈਂ ਨਾਇਰਾ ਦਾ ਪਿਤਾ ਹਾਂ ਅਤੇ ਜਿਸ ਔਰਤ ਨੇ ਮੈਨੂੰ ਇੱਥੇ ਰੱਖਿਆ ਸੀ ਉਹ ਨਾਇਰਾ ਦੀ ਮਾਂ ਸੀ। ਉਸ ਵਿਅਕਤੀ ਦੀ ਉਮਰ 40 ਸਾਲ ਦੇ ਕਰੀਬ ਸੀ, ਜਦਕਿ ਉਸਦੀ ਪਤਨੀ ਦੀ ਉਮਰ 35 ਸਾਲ ਹੋਵੇਗੀ। ਮੈਂ ਉਸ ਆਦਮੀ ਤੋਂ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਮੈਨੂੰ ਚੁੱਪ ਰਹਿਣ ਲਈ ਕਿਹਾ ਅਤੇ ਫਿਰ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਦਿੱਤੇ ਬਿਨਾਂ ਮੈਨੂੰ ਉਸਦੇ ਪਿੱਛੇ ਚੱਲਣ ਲਈ ਕਿਹਾ। ਮੈਂ ਝੱਟ ਉਸਦੇ ਮਗਰ ਤੁਰ ਪਿਆ। ਉਹ ਆਪ ਵੀਲਚੇਅਰ ਤੇ ਬੈਠਾ ਸੀ ਤੇ ਮੈਂ ਪੈਦਲ ਉਸ ਦੇ ਨਾਲ ਚੱਲ ਰਿਹਾ ਸੀ। ਉਸ ਘਰ ਤੋਂ ਬਾਹਰ ਆ ਕੇ ਉਹ ਮੈਨੂੰ ਕਈ ਗਲੀਆਂ ਵਿੱਚੋਂ ਲੰਘਾ ਕੇ 20 ਮਿੰਟ ਬਾਅਦ ਦੂਜੇ ਘਰ ਲੈ ਗਿਆ। ਇਹ ਘਰ ਬਹੁਤ ਸਾਫ਼ ਸੁਥਰਾ ਅਤੇ 2 ਮੰਜ਼ਿਲਾ ਸੀ। ਘਰ ਅੰਦਰੋਂ ਬਾਹਰੋਂ ਨਾਲੋਂ ਕਈ ਗੁਣਾ ਸੋਹਣਾ ਸੀ। ਉਹ ਮੈਨੂੰ ਇੱਕ ਕਮਰੇ ਵਿੱਚ ਲੈ ਗਿਆ ਅਤੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਆਦਮੀ ਨੇ ਮੈਨੂੰ ਫਰੈਸ਼ ਹੋਣ ਲਈ ਕਿਹਾ। ਉਸ ਦੇ ਕਹਿਣ ਤੇ ਮੈਂ ਹੱਥ ਮੂੰਹ ਧੋ ਕੇ ਉਸ ਦੇ ਸਾਹਮਣੇ ਬੈਠ ਗਿਆ। ਉਸ ਨੇ ਬੁਲਾਇਆ, ਨਿਕਿਤਾ ਪੁੱਤਰ, ਖਾਣਾ ਲੈ ਕੇ ਆਓ। ਇੱਕ ਸੁੰਦਰ ਮੁਟਿਆਰ ਬਾਹਰੋਂ ਕਮਰੇ ਦੇ ਅੰਦਰ ਭੋਜਨ ਦੀ ਟਰੇ ਲੈ ਕੇ ਆਈ। ਉਸ ਆਦਮੀ ਨੇ ਮੈਨੂੰ ਦੱਸਿਆ ਕਿ ਇਹ ਮੇਰੀ ਬੇਟੀ ਨਿਕਿਤਾ ਹੈ, ਤੁਸੀਂ ਖਾਣਾ ਖਾਓ। ਉਸ ਦੁਆਰਾ ਤਿਆਰ ਕੀਤਾ ਭੋਜਨ ਤੁਹਾਨੂੰ ਬਹੁਤ ਪਸੰਦ ਆਵੇਗਾ। ਜਦੋਂ ਮੈਂ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਅਤੇ ਮੈਨੂੰ ਇਸ ਘਰ ਲਿਆਉਣ ਦਾ ਕਾਰਨ ਪੁੱਛਿਆ ਤਾਂ ਉਸ ਆਦਮੀ ਨੇ ਕਿਹਾ ਕਿ ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਆਂਗਾ। ਤੁਹਾਨੂੰ ਡਰਨ ਦੀ ਲੋੜ ਨਹੀਂ ਹੈ, ਤੁਸੀਂ ਬਿਨਾਂ ਕਿਸੇ ਚਿੰਤਾ ਦੇ ਮੇਰੇ ਘਰ ਦਾ ਖਾਣਾ ਖਾ ਸਕਦੇ ਹੋ। ਮੈਂ ਪਹਿਲਾਂ ਪੇਟ ਭਰ ਕੇ ਖਾਣਾ ਖਾਧਾ ਕਿਉਂਕਿ ਮੈਂ ਲੰਬੇ ਸਮੇਂ ਤੋਂ ਭੁੱਖਾ ਸੀ। ਖਾਣਾ ਬਹੁਤ ਸਵਾਦ ਸੀ। ਖਾਣਾ ਖਾਣ ਤੋਂ ਬਾਅਦ ਕੁੜੀ ਨੇ ਮੇਰੇ ਕੋਲੋਂ ਖਾਣੇ ਦੀ ਟਰੇ ਚੁੱਕੀ ਅਤੇ ਬਾਹਰ ਚਲੀ ਗਈ। ਉਹ ਆਦਮੀ ਬੋਲਣ ਲੱਗਾ। ਉਹਨਾਂ ਨੇ ਕਿਹਾ ਕਿ ਮੇਰੀ ਬੇਟੀ ਅਤੇ ਮੇਰੀ ਪਤਨੀ ਕਾਰਨ ਤੁਹਾਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੈਨੂੰ ਉਸ ਲਈ ਅਫਸੋਸ। ਹੋ ਸਕੇ ਤਾਂ ਮੇਰੀ ਪਤਨੀ ਅਤੇ ਮੇਰੀ ਧੀ ਨੂੰ ਮਾਫ ਕਰ ਦਿਓ। ਬੰਦੇ ਨੇ ਮੇਰੇ ਸਾਹਮਣੇ ਹੱਥ ਜੋੜ ਲਏ। ਮੈਂ ਉਸ ਦਾ ਹੱਥ ਫੜਿਆ ਅਤੇ ਇਨਕਾਰ ਵਿੱਚ ਸਿਰ ਹਿਲਾ ਦਿੱਤਾ। ਮੈਂ ਉਸ ਦੇ ਹੱਥ ਖੋਲ੍ਹੇ ਅਤੇ ਪੁੱਛਿਆ ਕਿ ਕੀ ਤੁਹਾਡੀ ਪਤਨੀ ਜੋ ਮੇਰੇ ਤੇ ਨਾਇਰਾ ਦੇ ਵਿਆਹ ਬਾਰੇ ਕਹਿ ਰਹੀ ਹੈ ਕਿ ਉਹ ਸੱਚ ਹੈ? ਉਸਨੇ ਮੇਰੇ ਸਵਾਲ ਤੇ ਸਿਰ ਹਿਲਾਇਆ, ਜਿਸ ਕਾਰਨ ਮੇਰਾ ਰੰਗ ਉੱਡ ਗਿਆ ਸੀ। ਪਰ ਇਹ ਪੂਰੀ ਸੱਚਾਈ ਨਹੀਂ ਸੀ। ਜਦੋਂ ਉਸ ਆਦਮੀ ਨੇ ਇਹ ਕਿਹਾ ਤਾਂ ਮੈਂ ਉਲਝਣ ਵਿੱਚ ਉਸ ਵੱਲ ਦੇਖ ਰਿਹਾ ਸੀ। ਜੇ ਇਹ ਸਾਰਾ ਸੱਚ ਨਹੀਂ ਸੀ ਤਾਂ ਸਾਰਾ ਸੱਚ ਕੀ ਸੀ? ਉਸ ਆਦਮੀ ਨੇ ਕਿਹਾ ਕਿ ਮੈਂ ਤੁਹਾਨੂੰ ਪੂਰੀ ਸੱਚਾਈ ਦੱਸਾਂਗਾ। ਇਹ ਸੁਣ ਕੇ ਮੈਂ ਉਸ ਵੱਲ ਦੇਖਿਆ, ਜਿਸ ਦੇ ਕਾਰਨ ਮੈਂ ਪਿਛਲੇ ਕਈ ਘੰਟਿਆਂ ਤੋਂ ਇੰਨੀ ਪਰੇਸ਼ਾਨੀ ਵਿੱਚ ਸੀ। ਇਸ ਬਾਰੇ ਜਾਣਨਾ ਮੇਰਾ ਹੱਕ ਸੀ। ਫਿਰ ਉਹ ਕਹਿਣ ਲੱਗਾ ਕਿ ਮੇਰਾ ਵਿਆਹ ਆਪਣੀ ਪਤਨੀ ਸੰਗੀਤਾ ਨਾਲ ਹੋਇਆ ਸੀ। ਤੁਹਾਡੀ ਮਾਂ ਅਤੇ ਮੇਰੀ ਪਤਨੀ ਦੀ ਬਹੁਤ ਗੂੜੀ ਦੋਸਤੀ ਸੀ। ਦੋਵੇਂ ਬਚਪਨ ਦੀਆਂ ਦੋਸਤ ਸਨ। ਦੋਵੇਂ ਇੱਕੋ ਉਮਰ ਦੀਆਂ ਸਨ। ਇਹਨਾਂ ਦੋਵਾਂ ਵਿੱਚ ਸਿਰਫ 1 ਸਾਲ ਦਾ ਫਰਕ ਸੀ। ਤੁਸੀਂ ਆਪਣੀ ਮਾਂ ਦੇ ਵਿਆਹ ਤੋਂ ਬਾਅਦ ਪੈਦਾ ਹੋਏ ਪਹਿਲੇ ਪੁੱਤਰ ਸੀ। ਤੁਹਾਡੇ ਜਨਮ ਤੇ ਤੁਹਾਡੀ ਮਾਂ ਬਹੁਤ ਖੁਸ਼ ਸੀ ਕਿਉਂਕਿ ਤੁਸੀਂ ਇੱਕ ਲੜਕਾ ਸੀ ਅਤੇ ਇਸ ਗੱਲ ਤੇ ਤੁਹਾਡੀ ਮਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਫਿਰ 4 ਮਹੀਨਿਆਂ ਬਾਅਦ ਮੇਰੀ ਧੀ ਦਾ ਜਨਮ ਹੋਇਆ ਜੋ ਹੁਣੇ ਹੀ ਖਾਣਾ ਲੈ ਕੇ ਆਈ ਸੀ। ਨਿਕਿਤਾ, ਤੂੰ ਉਦੋਂ 4 ਮਹੀਨਿਆਂ ਦਾ ਸੀ ਜਦੋਂ ਮੇਰੀ ਪਤਨੀ ਦੇ ਘਰ ਧੀ ਦਾ ਜਨਮ ਹੋਇਆ ਤਾਂ ਉਹ ਨਿਰਾਸ਼ ਹੋ ਗਈ ਕਿਉਂਕਿ ਉਹ ਵੀ ਲੜਕਾ ਚਾਹੁੰਦੀ ਸੀ। ਪਰ ਤੇਰੀ ਮਾਂ ਨੇ ਵਾਅਦਾ ਕੀਤਾ ਸੀ ਕਿ ਉਹ ਆਪਣੇ ਬੇਟੇ ਤਨਮਿਆਂ ਲਈ ਨਿਕਿਤਾ ਦਾ ਹੱਥ ਮੰਗ ਰਹੀ ਹੈ। ਇਸੇ ਤਰ੍ਹਾਂ ਮੇਰੀ ਪਤਨੀ ਇਸ ਤੋਂ ਬਹੁਤ ਖੁਸ਼ ਹੋ ਗਈ ਕਿਉਂਕਿ ਉਹਨਾਂ ਦੀ ਦੋਸਤੀ ਰਿਸ਼ਤੇ ਵਿੱਚ ਬਦਲਣ ਵਾਲੀ ਸੀ। ਇਸੇ ਤਰ੍ਹਾਂ ਤੇਰੀ ਮਾਂ ਨੇ ਵਾਅਦਾ ਕੀਤਾ ਸੀ ਕਿ ਉਹ ਤੇਰਾ ਵਿਆਹ ਮੇਰੀ ਧੀ ਨਾਲ ਕਰੇਗੀ। ਤੇਰੀ ਮਾਂ ਸ਼ਾਇਦ ਇਹ ਵਾਅਦਾ ਕਰਕੇ ਭੁੱਲ ਗਈ ਸੀ, ਪਰ ਮੇਰੀ ਪਤਨੀ ਨੂੰ ਇਹ ਗੱਲ ਅਜੇ ਵੀ ਯਾਦ ਹੈ। ਉਹ ਅਜੇ ਤੱਕ ਉਸ ਵਾਅਦੇ ਨੂੰ ਨਹੀਂ ਭੁੱਲੀ ਹੈ ਅਤੇ ਨਿਕਿਤਾ ਵੀ ਤੁਹਾਡੇ ਬਾਰੇ ਚੰਗੀ ਤਰ੍ਹਾਂ ਜਾਣਦੀ ਹੈ ਕਿਉਂਕਿ ਜਿਵੇਂ ਜਿਵੇਂ ਨਿਕਿਤਾ ਵੱਡੀ ਹੋ ਰਹੀ ਸੀ ਤਾਂ ਉਸ ਦੀ ਮਾਂ ਉਸ ਨੂੰ ਦੱਸ ਰਹੀ ਸੀ ਕਿ ਮੈਂ ਤੁਹਾਡੇ ਰਿਸ਼ਤਾ ਪੱਕਾ ਕਰ ਦਿੱਤਾ ਹੈ ਅਤੇ ਤੁਹਾਡੇ ਹੋਣ ਵਾਲੇ ਪਤੀ ਦਾ ਨਾਮ ਤਨਮਿਆ ਹੈ। ਇਸ ਲਈ ਕਦੇ ਵੀ ਕਿਸੇ ਹੋਰ ਮੁੰਡੇ ਬਾਰੇ ਨਾ ਸੋਚਿਓ। ਮੈਂ ਤੇਰਾ ਵਿਆਹ ਆਪਣੀ ਦੋਸਤ ਦੇ ਪੁੱਤਰ ਨਾਲ ਕਰਨਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਸਾਡੀ ਦੋਸਤੀ ਰਿਸ਼ਤੇ ਵਿੱਚ ਬਦਲ ਜਾਵੇ। ਮੇਰੀ ਧੀ ਨੇ ਵੀ ਕਿਸੇ ਹੋਰ ਮੁੰਡੇ ਬਾਰੇ ਨਹੀਂ ਸੋਚਿਆ ਕਿਉਂਕਿ ਉਸ ਨੂੰ ਬਚਪਨ ਤੋਂ ਹੀ ਦੱਸਿਆ ਗਿਆ ਸੀ ਕਿ ਉਸ ਦਾ ਰਿਸ਼ਤਾ ਬਚਪਨ ਤੋਂ ਹੀ ਤੈਅ ਹੋ ਗਿਆ ਸੀ। ਇਸੇ
ਲਈ ਉਸਨੇ ਹਮੇਸ਼ਾ ਤਨਮਿਆ ਨਾਂ ਦੇ ਲੜਕੇ ਨੂੰ ਆਪਣੇ ਦਿਲ ਵਿੱਚ ਰੱਖਿਆ ਸੀ। ਮੈਂ ਇੱਕ ਬੈਂਕ ਵਿੱਚ ਕੰਮ ਕਰਦਾ ਸੀ। ਕਈ ਸਾਲਾਂ ਬਾਅਦ ਮੇਰੀ ਛੋਟੀ ਧੀ ਨਹਿਰਾ ਦਾ ਜਨਮ ਹੋਇਆ। ਸਮਾਂ ਬੀਤਦਾ ਗਿਆ, ਪਰ ਤੁਹਾਡੀ ਮਾਂ ਨੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸਾਡੇ ਪਰਿਵਾਰ ਦਾ ਤੁਹਾਡੇ ਪਰਿਵਾਰ ਨਾਲ ਸੰਪਰਕ ਵੀ ਘਟ ਗਿਆ ਸੀ। ਨਿਕਿਤਾ ਤੁਹਾਡੇ ਬਾਰੇ ਜਾਣਦੀ ਸੀ ਕਿ ਅਸੀਂ ਤੁਹਾਡੇ ਨਾਲ ਉਸ ਦਾ ਰਿਸ਼ਤਾ ਤੈਅ ਕਰ ਦਿੱਤਾ ਹੈ। ਸਾਡੀ ਧੀ ਇਸ ਰਿਸ਼ਤੇ ਤੋਂ ਬਹੁਤ ਖੁਸ਼ ਸੀ, ਪਰ ਜਦੋਂ ਉਹ 18 ਸਾਲ ਦੀ ਹੋਈ ਤਾਂ ਮੇਰਾ ਐਕਸੀਡੈਂਟ ਹੋ ਗਿਆ ਅਤੇ ਇਸ ਹਾਦਸੇ ਵਿੱਚ ਮੈਂ ਆਪਣੀਆਂ ਲੱਤਾਂ ਗਵਾ ਲਈਆਂ। ਤੁਹਾਡੇ ਪਿਤਾ ਜੀ ਦੀ ਕਾਰ ਨਾਲ ਮੇਰਾ ਐਕਸੀਡੈਂਟ ਹੋ ਗਿਆ ਸੀ। ਜੇ ਉਹ ਚਾਹੁੰਦਾ ਤਾਂ ਮੈਨੂੰ ਹਸਪਤਾਲ ਵੀ ਲੈ ਜਾ ਸਕਦਾ ਸੀ ਅਤੇ ਮੇਰੀ ਮਦਦ ਕਰ ਸਕਦਾ ਸੀ। ਸ਼ਾਇਦ ਅੱਜ ਮੈਂ ਇੰਨਾ ਬੇਵਸ ਨਾ ਹੁੰਦਾ, ਪਰ ਤੇਰਾ ਬਾਪੂ ਮੈਨੂੰ ਮੌਕੇ ਤੇ ਛੱਡ ਕੇ ਭੱਜ ਗਿਆ। ਜਦੋਂ ਮੇਰੀ ਪਤਨੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਇਸ ਸਥਿਤੀ ਲਈ ਆਪਣੀ ਦੋਸਤ ਦੇ ਪਤੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਉਸ ਦੇ ਦਿਲ ਵਿੱਚ ਬਦਲੇ ਦੀ ਅੱਗ ਜਾਗ ਪਈ। ਪਤੀ ਦੇ ਪਿਆਰ ਕਾਰਨ ਸਹੇਲੀ ਦੇ ਪਿਆਰ ਤੇ ਦਾਗ ਲੱਗ ਗਿਆ ਸੀ। ਮੇਰੀ ਪਤਨੀ ਨੇ ਕਿਹਾ ਕਿ ਹੁਣ ਉਹ ਤੁਹਾਡਾ ਵਿਆਹ ਨਿਕਿਤਾ ਨਾਲ ਹੀ ਕਰਵਾਵੇਗੀ ਤਾਂ ਜੋ ਨਿਕਿਤਾ ਤੁਹਾਡੇ ਘਰ ਦੀ ਬਹੂ ਬਣ ਸਕੇ ਤੇ ਉਹ ਨਿਕਿਤਾ ਨੂੰ ਕਹਿ ਕੇ ਤੁਹਾਡੀ ਮਾਂ ਨੂੰ ਤੰਗ ਕਰੇ ਅਤੇ ਕਿਸੇ ਤਰ੍ਹਾਂ ਤੁਹਾਡੇ ਪਿਤਾ ਦੀ ਸਾਰੀ ਜਾਇਦਾਦ ਨਿਕਿਤਾ ਦੇ ਨਾਂ ਕਰਵਾ ਲਵੇ। ਮੇਰੀ ਪਤਨੀ ਨੇ ਇਹ ਸਭ ਕੁਝ ਬਦਲਾ ਲੈਣ ਲਈ ਹੀ ਕੀਤਾ ਸੀ। ਮੇਰੀ ਧੀ, ਜਿਸ ਦਾ ਕੋਈ ਕਸੂਰ ਨਹੀਂ ਸੀ, ਇਹ ਸਭ ਕਰਨ ਲਈ ਤਿਆਰ ਨਹੀਂ ਸੀ। ਮੇਰੀ ਵੱਡੀ ਬੇਟਾ ਨਿਕਿਤਾ ਬਹੁਤ ਸਾਦੀ ਅਤੇ ਸਮਝਦਾਰ ਹੈ। ਉਹ ਆਪਣੀ ਮਾਂ ਵਾਂਗ ਹੁਸ਼ਿਆਰ ਨਹੀਂ ਹੈ। ਮੈਂ ਆਪਣੀ ਪਤਨੀ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸਨੇ ਮੇਰੀ ਗੱਲ ਨਹੀਂ ਸੁਣੀ। ਮੇਰੀ ਬੇਟੀ ਨੇ ਆਪਣੀ ਮਾਂ ਨੂੰ ਸਾਫ਼ ਕਹਿ ਦਿੱਤਾ ਸੀ ਕਿ ਵਿਆਹ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਨਹੀਂ ਜਾਵੇਗੀ ਅਤੇ ਅਜਿਹਾ ਕੁਝ ਨਹੀਂ ਕਰੇਗੀ ਜਿਸ ਨਾਲ ਤਨਮਿਆ ਅਤੇ ਉਸ ਦੇ ਪਰਿਵਾਰ ਨੂੰ ਕੋਈ ਪਰੇਸ਼ਾਨੀ ਹੋਵੇ, ਕਿਉਂਕਿ ਮੇਰੀ ਧੀ ਤੁਹਾਨੂੰ ਬਚਪਨ ਤੋਂ ਪਿਆਰ ਕਰਦੀ ਹੈ ਅਤੇ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦੀ ਹੈ। ਮੇਰੀ ਧੀ ਤੁਹਾਨੂੰ ਬਦਲਾ ਲੈਣ ਲਈ ਕਦੇ ਨਹੀਂ ਵਰਤੇਗੀ, ਸਿਰਫ ਉਸ ਦੀ ਮਾਂ ਹੀ ਬਦਲਾ ਲੈਣਾ ਚਾਹੁੰਦੀ ਹੈ। ਮੇਰੀ ਧੀ ਨਹੀਂ, ਇਸ ਬਦਲੇ ਦੀ ਅੱਗ ਵਿੱਚ ਮੇਰੀ ਧੀ ਵੀ ਸੜ ਰਹੀ ਹੈ, ਕਿਉਂਕਿ ਉਹ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦੀ ਹੈ ਅਤੇ ਤੁਹਾਨੂੰ ਬਹੁਤ ਪਿਆਰ ਕਰਦੀ ਹੈ। ਪਰ ਜਦੋਂ ਨਿਕਿਤਾ ਨੇ ਇਸ ਕੰਮ ਲਈ ਨਾ ਕਰ ਦਿੱਤੀ ਤਾਂ ਇਸ ਲਈ ਨਿਕਿਤਾ ਦੀ ਮਾਂ ਨੇ ਨਹਿਰਾ ਨੂੰ ਆਪਣਾ ਦੂਜਾ ਹਥਿਆਰ ਬਣਾਇਆ। ਉਸਨੇ ਸੋਚਿਆ ਕਿ ਇੱਕ ਧੀ ਨਾਲ ਨਹੀਂ ਤਾਂ ਦੂਜੀ ਧੀ ਨਾਲ ਵਿਆਹ ਕਰਕੇ ਮੈਂ ਇਹਨਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਸਕਦੀ ਹਾਂ। ਉਸਨੇ ਜਾਣ ਬੁੱਝ ਕੇ ਮੇਰੀ ਛੋਟੀ ਧੀ ਨੂੰ ਤੁਹਾਡੇ ਸਕੂਲ ਵਿੱਚ ਦਾਖਲਾ ਕਰਵਾਇਆ ਅਤੇ ਉਹ ਉਸ ਨੂੰ ਹਰ ਰੋਜ਼ ਸਿਖਾਉਂਦੀ ਸੀ ਕਿ ਤੁਸੀਂ ਅਧਿਆਪਕ ਕੋਲ ਜਾ ਕੇ ਅਜਿਹਾ ਕਹਿਣਾ ਹੈ। ਮੇਰੀ ਬੇਟੀ ਨਹਿਰਾ ਆਪਣੀ ਮਾਂ ਦੇ ਕਹਿਣ ਤੇ ਹੀ ਤੁਹਾਨੂੰ ਇਹ ਕਹਿੰਦੀ ਸੀ। ਉਸ ਦੀ ਸੋਚੀ ਸਮਝੀ ਯੋਜਨਾ ਸੀ ਕਿ ਤੁਸੀਂ ਉਸ ਦੇ ਜਾਲ ਵਿੱਚ ਫਸ ਜਾਓ ਅਤੇ ਉਹ ਕਿਸੇ ਤਰ੍ਹਾਂ ਤੁਹਾਨੂੰ ਇੱਥੇ ਬੁਲਾਉਣਾ ਚਾਹੁੰਦੀ ਸੀ ਅਤੇ ਬਾਅਦ ਵਿੱਚ ਇੱਥੇ ਲਿਆ ਕੇ ਜ਼ਬਰਦਸਤੀ ਨਹਿਰਾ ਤੁਹਾਡਾ ਵਿਆਹ ਕਰਵਾ ਦੇਣਾ ਚਾਹੁੰਦੀ ਸੀ, ਕਿਉਂਕਿ ਨਿਕਿਤਾ ਇਸ ਹਾਲਤ ਵਿੱਚ ਤੁਹਾਡੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ। ਉਹ ਆਪਣੇ ਸਹੁਰਿਆਂ ਤੋਂ ਬਦਲਾ ਨਹੀਂ ਲੈਣਾ ਚਾਹੁੰਦੀ ਸੀ। ਇਸੇ ਲਈ ਮੇਰੀ ਪਤਨੀ ਨੇ ਆਪਣੀ ਛੋਟੀ ਧੀ ਨੂੰ ਹਥਿਆਰ ਬਣਾ ਲਿਆ ਅਤੇ ਉਹ ਆਪਣੀ ਛੋਟੀ ਧੀ ਦਾ ਵਿਆਹ ਤੇਰੇ ਨਾਲ ਕਰਨ ਲਈ ਤਿਆਰ ਹੋ ਗਈ। ਮੇਰੀ ਪਤਨੀ ਪਾਗਲ ਹੋ ਗਈ ਹੈ, ਇਸ ਲਈ ਇਹ ਕੰਮ ਕਰ ਰਹੀ ਹੈ। ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਥੱਕ ਗਿਆ ਹਾਂ। ਹੁਣ ਮੈਂ ਤੁਹਾਡੇ ਸਾਹਮਣੇ ਸੱਚਾਈ ਪ੍ਰਗਟ ਕੀਤੀ ਹੈ ਅਤੇ ਇਹ ਸਾਡਾ ਅਸਲੀ ਘਰ ਹੈ। ਜਿਸ ਘਰ ਵਿੱਚ ਉਸਨੇ ਤੈਨੂੰ ਬੰਦ ਕਰ ਦਿੱਤਾ ਸੀ, ਉਹ ਸਾਡਾ ਪੁਰਾਣਾ ਘਰ ਹੈ ਜੋ ਹਮੇਸ਼ਾ ਬੰਦ ਰਹਿੰਦਾ ਹੈ। ਮੇਰੀ ਪਤਨੀ ਤੇ ਬਦਲਾ ਲੈਣ ਦਾ ਭੂਤ ਸਵਾਰ ਹੈ ਜੋ ਉਹ ਕਿਸੇ ਵੀ ਕੀਮਤ ਤੇ ਤੁਹਾਡੇ ਮਾਪਿਆਂ ਤੋਂ ਲੈਣਾ ਚਾਹੁੰਦੀ ਹੈ। ਮੈਂ ਉਸ ਆਦਮੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ। ਇਹ ਕਹਾਣੀ ਬਦਲੇ ਦੀ ਕਹਾਣੀ ਸੀ ਜਿਸ ਕਾਰਨ ਮੈਨੂੰ ਕੈਦ ਰੱਖਿਆ ਗਿਆ ਸੀ। ਉਸ ਆਦਮੀ ਨੇ ਮੈਨੂੰ ਕਿਹਾ ਕਿ ਤੁਸੀਂ ਹੁਣ ਆਜ਼ਾਦ ਹੋ। ਉਸ ਆਦਮੀ ਦੇ ਕਹਿਣ ਤੇ ਮੈਂ ਝੱਟ ਆਪਣੇ ਘਰ ਵੱਲ ਨੂੰ ਤੁਰ ਪਿਆ। ਮੇਰੇ ਲਾਪਤਾ ਹੋਣ ਤੋਂ ਬਾਅਦ ਮੇਰੇ ਪਰਿਵਾਰਕ ਮੈਂਬਰ ਚਿੰਤਤ ਸਨ, ਪਰ ਮੈਨੂੰ ਸੁਰੱਖਿਅਤ ਅਤੇ ਤੰਦਰੁਸਤ ਦੇਖ ਕੇ ਉਹਨਾਂ ਨੇ ਮੈਨੂੰ ਜੱਫੀ ਪਾ ਲਈ। ਜਦੋਂ ਉਹਨਾਂ ਦੇ ਪੁੱਛਣ ਤੇ ਮੈਂ ਉਹਨਾਂ ਨੂੰ ਸਭ ਕੁਝ ਦੱਸਿਆ ਤਾਂ ਉਹ ਮੇਰੇ ਵਾਂਗ ਹੈਰਾਨ ਸਨ ਕਿ ਉਹਨਾਂ ਨੂੰ ਉਸ ਔਰਤ ਤੋਂ ਅਜਿਹੀ ਉਮੀਦ ਨਹੀਂ ਸੀ ਜੋ ਮੇਰੀ ਮਾਂ ਦੀ ਬਚਪਨ ਦੀ ਦੋਸਤ ਸੀ। ਪਿਤਾ ਜੀ ਨੇ ਵੀ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲਈਆਂ ਸਨ। ਪਿਤਾ ਜੀ ਡਰੇ ਹੋਏ ਸੀ ਅਤੇ ਇਸੇ ਲਈ ਉਸ ਆਦਮੀ ਨੂੰ ਹਸਪਤਾਲ ਨਹੀਂ ਲੈ ਕੇ ਗਏ। ਪਿਤਾ ਜੀ ਨੇ ਕਿਹਾ ਸੀ ਕਿ ਉਹ ਨਿਕਿਤਾ ਦੇ ਪਿਤਾ ਤੋਂ ਮਾਫੀ ਮੰਗਣ ਲਈ ਤਿਆਰ ਹਨ ਅਤੇ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਣਾ ਚਾਹੁੰਦੇ ਹਨ। ਮੇਰਾ ਪੂਰਾ ਪਰਿਵਾਰ ਨਹਿਰਾ ਦੇ ਘਰ ਗਿਆ ਹੋਇਆ ਸੀ। ਜਦੋਂ ਅਸੀਂ ਨਹਿਰਾ ਦੇ ਘਰ ਪਹੁੰਚੇ ਤਾਂ ਨਹਿਰਾ ਦੀ ਮਾਂ ਆਪਣੇ ਪਤੀ ਨੂੰ ਕੋਸ ਰਹੀ ਸੀ ਕਿ ਉਸਨੇ ਮੈਨੂੰ ਕਿਉਂ ਆਜ਼ਾਦ ਕੀਤਾ। ਉਸ ਨੂੰ ਦੇਖ ਕੇ ਮੇਰੇ ਪਿਤਾ ਨੂੰ ਬਹੁਤ ਗੁੱਸਾ ਆਇਆ,
ਪਰ ਉਹਨਾਂ ਨੇ ਨੈਰਾ ਦੇ ਪਿਤਾ ਤੋਂ ਮਾਫੀ ਮੰਗੀ। ਜਦੋਂ ਨੈਰਾ ਦੇ ਪਿਤਾ ਨੇ ਆਪਣੀ ਪਤਨੀ ਨੂੰ ਸਮਝਾਇਆ ਤਾਂ ਉਹ ਸਮਝ ਗਈ, ਪਰ ਉਸ ਦੀ ਸ਼ਰਤ ਸੀ ਕਿ ਮੈਂ ਨਕਿਤਾ ਨਾਲ ਵਿਆਹ ਕਰਾਂ। ਮੈਂ ਉਸ ਦੀ ਸ਼ਰਤ ਮੰਨ ਲਈ। ਕੁਝ ਦਿਨਾਂ ਬਾਅਦ ਮੇਰਾ ਨਕਿਤਾ ਨਾਲ ਵਿਆਹ ਹੋ ਗਿਆ ਅਤੇ ਮੇਰੀ ਮਾਂ ਅਤੇ ਨੈਰਾ ਦੀ ਮਾਂ ਵਿਚਕਾਰ ਪਹਿਲਾਂ ਵਾਲੀ ਦੋਸਤੀ ਬਹਾਲ ਹੋ ਗਈ। ਸਾਡੇ ਪਰਿਵਾਰ ਵਿਚਕਾਰ ਸਭ ਕੁਝ ਠੀਕ ਸੀ। ਨਕਿਤਾ ਬਹੁਤ ਚੰਗੀ ਕੁੜੀ ਸੀ। ਮੈਂ ਉਸ ਨੂੰ ਦੇਖਦੇ ਹੀ ਪਸੰਦ ਕਰ ਲਿਆ। ਮੈਂ ਨਕਿਤਾ ਦੀ ਜ਼ਿੰਮੇਵਾਰੀ ਚੁੱਕੀ ਸੀ। ਹੁਣ ਮੈਂ ਆਪਣੀ ਪਤਨੀ ਨਕਿਤਾ ਨਾਲ ਬਹੁਤ ਖੁਸ਼ ਹਾਂ। ਮੇਰੀ ਮਾਂ ਹਮੇਸ਼ਾ ਨਕਿਤਾ ਨੂੰ ਆਪਣੀ ਨੂੰਹ ਨਹੀਂ ਸਗੋਂ ਧੀ ਮੰਨਦੀ ਹੈ। ਮੈਨੂੰ ਆਪਣੇ ਮਾਤਾ ਪਿਤਾ ਦੇ ਫੈਸਲੇ ਤੇ ਕੋਈ ਇਤਰਾਜ਼ ਨਹੀਂ ਸੀ ਅਤੇ ਇਸ ਤਰ੍ਹਾਂ ਸਭ ਕੁਝ ਠੀਕ ਹੋ ਗਿਆ। ਹੁਣ ਅਸੀਂ ਸਾਰੇ ਇਕੱਠੇ ਬਹੁਤ ਖੁਸ਼ ਹਾਂ ਅਤੇ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਾਂ, ਜਿਸ ਵਿੱਚ ਕੋਈ ਦੁੱਖ ਨਹੀਂ ਹੈ ਅਤੇ ਹੁਣ ਅਸੀਂ ਸਾਰੇ ਬਹੁਤ ਖੁਸ਼ ਹਾਂ। ਹੁਣ ਅਸੀਂ ਸਾਰੇ ਨੈਰਾ ਨੂੰ ਪੁਰਾਣੀਆਂ ਗੱਲਾਂ ਕਹਿ ਕੇ ਛੇੜਦੇ ਹਾਂ। ਵਿਚਾਰੀ ਲੜਕੀ ਬਹੁਤ ਸ਼ਰਮ ਮਹਿਸੂਸ ਕਰਦੀ ਹੈ ਕਿਉਂਕਿ ਉਸਨੇ ਆਪਣੀ ਮਾਂ ਦੇ ਕਹਿਣ ਤੇ ਹੀ ਅਜਿਹਾ ਕੀਤਾ ਸੀ। ਮੈਂ ਅਜੇ ਵੀ ਸਕੂਲ ਵਿੱਚ ਕੰਮ ਕਰ ਰਿਹਾ ਸੀ। ਮੇਰੇ ਵਿਆਹ ਤੋਂ ਬਾਅਦ ਮੇਰੀ ਮਾਂ ਅਤੇ ਨਕਿਤਾ ਦੀ ਮਾਂ ਨੇ ਆਪਣੇ ਬਚਪਨ ਦੀਆਂ ਗੱਲਾਂ ਕੀਤੀਆਂ। ਬਚਪਨ ਦੀ ਦੋਸਤੀ ਹੋਰ ਵੀ ਡੂੰਘੀ ਹੋ ਗਈ। ਹੁਣ ਨੈਰਾ ਵੀ ਕਾਫੀ ਵੱਡੀ ਹੋ ਗਈ ਹੈ। ਅਕਸਰ ਜਦੋਂ ਮੈਨੂੰ ਬਚਪਨ ਦੀਆਂ ਗੱਲਾਂ ਯਾਦ ਆਉਂਦੀਆਂ ਹਨ ਤਾਂ ਮੈਂ ਉਸ ਨੂੰ ਬਹੁਤ ਹਾਸੇ ਨਾਲ ਛੇੜਦਾ ਹਾਂ। ਜ਼ਿੰਦਗੀ ਵਿੱਚ ਸਾਨੂੰ ਕਦੇ ਵੀ ਬਦਲਾ ਲੈਣ ਲਈ ਇਸ ਹੱਦ ਤੱਕ ਨਹੀਂ ਡਿੱਗਣਾ ਚਾਹੀਦਾ। ਯਾਦ ਰੱਖੋ ਕਿ ਕਦੇ ਵੀ ਕੋਈ ਅਜਿਹਾ ਫੈਸਲਾ ਨਾ ਲਓ ਜਿਸ ਦਾ ਤੁਹਾਡੇ ਬੱਚਿਆਂ ਦੇ ਜੀਵਨ ਤੇ ਮਾੜਾ ਪ੍ਰਭਾਵ ਪਵੇ। ਨੈਰਾ ਦੀ ਮਾਂ ਨੇ ਹਮੇਸ਼ਾ ਉਸ ਨੂੰ ਗਲਤ ਸਬਕ ਸਿਖਾਇਆ। ਕਿਸੇ ਹੋਰ ਤੋਂ ਬਦਲਾ ਲੈਣ ਲਈ ਇਸ ਹੱਦ ਤੱਕ ਨਾ ਡਿੱਗੋ ਕਿ ਬੱਚੇ ਦਾ ਬਚਪਨ ਵੀ ਖਤਮ ਹੋ ਜਾਵੇ। ਬੱਚਿਆਂ ਨਾਲ ਹਮੇਸ਼ਾ ਬੱਚਿਆਂ ਵਾਂਗ ਵਿਹਾਰ ਕਰੋ, ਉਹਨਾਂ ਨੂੰ ਵੱਡਾ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਕਿਰਪਾ ਕਰਕੇ ਨੋਟੀਫਿਕੇਸ਼ਨ ਬੈਲ ਨੂੰ ਦਬਾਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਪਹਿਲਾਂ ਮਿਲ ਸਕੇ। ਧੰਨਵਾਦ।